ਰਾਤੀ 12 12:30 ਵਜੇ ਮੈਨੂੰ ਮੇਰੇ ਟੀਮ ਮੈਂਬਰ ਦੀ ਕਾਲ ਆਈ ਕਿ ਭਾਜੀ ਸਮਰਾਲਾ ਚੌਂਕ ਦੇ ਵਿੱਚ ਇੱਕ ਕੁੜੀ ਨਾਲ 3-4 ਮੁੰਡੇ ਜ਼ਬਰਦਸਤੀ ਕਰ ਰਹੇ ਨੇ। ਕਹਿ ਲਓ ਕਿ ਜਿਹੜੇ ਰੋਡਾਂ ਤੇ ਜ਼ਿੰਦਗੀ ਬਤੀਤ ਕਰਦੇ ਨੇ, ਮੈਂ ਨਹੀਂ ਕਹਿੰਦਾ ਕਿ ਉਹ ਸਾਰੇ ਹੀ ਗਲਤ ਸੀ, ਪਰ ਜਿਹੜੀ ਸਿਚੁਏਸ਼ਨ ਦੇ ਵਿੱਚ ਮੈਂ ਭੈਣ ਨੂੰ ਮਿਲਿਆ ਸੀ ਤਾਂ ਮੈਨੂੰ ਬੜਾ ਡਰ ਲੱਗ ਰਿਹਾ ਸੀਗਾ ਕਿ ਸ਼ਾਇਦ ਜੇ ਉਸ ਰਾਤ ਕੱਲ ਦੀ ਰਾਤ ਅਸੀਂ ਉਸ ਭੈਣ ਕੋਲ ਨਾ ਪਹੁੰਚਦੇ ਤਾਂ ਕੀ ਹੋਣਾ ਸੀ। मेरे जो हस्बैंड थे उन्होंने मुझे डाला इस नशे में। एक्चुअली वो भी करते थे, मेरी आंखों के सामने बैठ के करते थे। तो इंजेक्शन लगाते? हाँ जी, वो इंजेक्शन लगाते। तो मैंने उनको बोला, मेरे को लगा शायद उनको शर्म आ जाएगी। मैंने कहा चलो ठीक है, मेरे लिए भी बनाओ, मेरे को भी लगाओ। पापा क्या करते हैं आगे? कौन सी? डेंटिंग पेंटिंग गाड़ियों वगैरह जो खुली हुई जगह पे है संजय गांधी कॉलोनी पे? नहीं, उन्होंने बना दिया और मेरे इंजेक्शन लगा भी दिया। उनको बिल्कुल भी शर्म नहीं है। परसों रात भी आपने बताया कि आपके साथ जबरदस्ती हुई। परसों रात क्या हुआ था? कितने लड़के थे? क्या हुआ? परसों रात को ना एक्चुअली मैं बैठ के ही काट रही थी। रात का टाइम है, कितने बजे का टाइम है, कुछ आइडिया? ये था 2:30 बजे का टाइम। रात को 2:30 बजे। सरकार ਦਾ ਬਿਲਕੁਲ ਵੀ ਧਿਆਨ ਨਹੀਂ ਹੈਗਾ ਇਸ ਪਾਸੇ। ਹਾਲਾਂਕਿ ਕਹਿਣ ਨੂੰ 6 ਮਹੀਨੇ ਹੋ ਚੁੱਕੇ ਨਵੀਂ ਸਰਕਾਰ ਨੂੰ ਬਣੇ, ਪਰ ਜਿਹੜਾ ਚਿੱਟਾ ਹੈ ਉਹ ਜਿਵੇਂ ਪਹਿਲਾਂ ਵਿਕ ਰਿਹਾ ਸੀ ਉਵੇਂ ਹੀ ਅੱਜ ਵਿਕ ਰਿਹਾ। फिर उसके बाद इनके दिमाग में खटका कि इस चीज़ में ऐसा क्या है जो लोग इतने इतने पैसे देने को तैयार हो जाते हैं। चिट्टे में? हाँ जी, तो इन्होंने उस चीज़ को एक बार यूज़ किया। आपने एक दिन में कितनी बार इंजेक्शन लगाया? इंजेक्शन मैंने सिर्फ 3 बार लगाया। तो यहाँ पर तो दिन में लड़कियाँ सेफ नहीं है, बच्चियाँ सेफ नहीं, तो आपने 60 रातों में क्या कुछ देखा होगा? कुछ याद है कि खाना कहाँ से खाते थे? नानकसर गुरुद्वारे में लंगर लगता होता था, वो भी एक ही टाइम खाती होती थी पूरी दिहाड़ी में। तो फिर जो 1.5 महीने आप बाहर रहे हो उसमें जो आपके पास जो आप बोल रहे हो कि मैंने गोलियां भी खाई हैं, वो कहाँ से आती हैं? 2 ने फेस पे मास्क पहना हुआ था, 2 ने हैंकी बांधा हुआ था कर्चिव। तो 2 ने मेरी टांगें पकड़ ली, 2 ने ऐसे पीछे से यूं करके हाथ पकड़ लिए, और किसी ने एक लंबा हाथ करके मेरा मुंह बंद कर दिया ताकि ये चिल्लाए ना। नहीं, अब मैं सुधरना चाहती हूँ। अपनी मर्जी बहुत कर ली, अपनी मर्जी कर करके ही आज यहाँ रोड पे हूँ, इसलिए अब अपनी मर्जी नहीं कर रही। ਰਾਤੀ 12 12:30 ਵਜੇ ਮੈਨੂੰ ਮੇਰੇ ਟੀਮ ਮੈਂਬਰ ਦੀ ਕਾਲ ਆਈ ਕਿ ਭਾਜੀ ਸਮਰਾਲਾ ਚੌਂਕ ਦੇ ਵਿੱਚ ਇੱਕ ਕੁੜੀ ਨਾਲ 3-4 ਮੁੰਡੇ ਜ਼ਬਰਦਸਤੀ ਕਰ ਰਹੇ ਨੇ ਤੇ ਕੁੜੀ ਵੀ ਕੁਝ ਠੀਕ ਨਹੀਂ ਲੱਗ ਰਹੀ, ਬੜੇ ਵਧੀਆ ਘਰੋਂ ਲੱਗ ਰਹੀ ਹੈ, ਪੜ੍ਹੀ ਲਿਖੀ ਲੱਗ ਰਹੀ ਹੈ ਤੇ ਉਹ ਬਾਰ-ਬਾਰ ਇਹੀ ਕਹਿ ਰਹੀ ਹੈ ਕਿ ਮੈਂ ਸੁਧਰਨਾ ਚਾਹਨੀ ਆ, ਮੈਂ ਬਦਲਣਾ ਚਾਹਨੀ ਆ। ਅਸੀਂ ਸੋਚਦੇ ਰਹੇ ਕਿ ਪਤਾ ਨਹੀਂ ਸ਼ਾਇਦ ਕਿ ਅੱਜ ਕੱਲ ਸਮਾਜ ਦੇ ਵਿੱਚ ਬੜੀ ਤਰ੍ਹਾਂ ਦੀ ਦੁਨੀਆ ਹੈ, ਪਤਾ ਨਹੀਂ ਕੀ ਕੇਸ ਹੋਣਾ, ਪਰ ਫਿਰ ਵੀ ਨਾ ਮੈਨੂੰ ਮੇਰੀ ਘਰੇ ਰੀਅਲ ਸਿਸਟਰ ਹੈ, ਮੈਨੂੰ ਉਹਦਾ ਖਿਆਲ ਬੜਾ ਰਹਿੰਦਾ ਹੈ। ਓਬਵੀਅਸਲੀ ਗੱਲ ਹੈ, ਜਿਨ੍ਹਾਂ ਦੇ ਘਰੇ ਮਾਂ ਭੈਣ ਹੈਗੀ ਹੈ ਉਹ ਕਦੀ ਵੀ ਨਹੀਂ ਚਾਹਣਗੇ ਕਿ ਕਦੀ ਵੀ ਕਿਸੇ ਨਾਲ ਗਲਤ ਹੋਵੇ। ਔਰ ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਇਹ ਹੈ ਕਿ ਮੈਂ ਸੋਚਦਾ ਹੁੰਦਾ ਕਿ ਜਦੋਂ ਤੱਕ ਤੁਹਾਡੀ ਭੈਣ ਨਾਲ ਜਾਂ ਮੇਰੀ ਭੈਣ ਨਾਲ ਕੋਈ ਐਦਾਂ ਦੀ ਘਟਨਾ ਨਾ ਹੋਵੇ ਉਦੋਂ ਤੱਕ ਅਸੀਂ ਕਿਸੇ ਹੋਰ ਭੈਣ ਦਾ ਦਰਦ ਨਹੀਂ ਸਮਝ ਸਕਦੇ। ਮੇਰੇ ਨਾਲ ਅੱਜ ਬੱਚੀ ਦੇ ਫਾਦਰ ਵੀ ਨੇ, ਮੈਂ ਉਹਨਾਂ ਨੂੰ ਕੈਮਰੇ ਮੋਰੇ ਨਹੀਂ ਲਿਆਉਣਾ ਚਾਹੁੰਦਾ। ਔਰ ਇਹ ਸਾਰੀ ਘਟਨਾ ਸੁਣਨ ਤੋਂ ਬਾਅਦ ਮੈਂ ਫਾਦਰ ਨੂੰ ਵੀ ਸਲਾਮ ਕਰਦਾ ਕਿ ਇੱਥੇ ਬੈਠੇ ਨੇ। ਘਟਨਾ ਕੀ ਹੋਈ, ਰਾਤੀ 12 12:30 ਵਜੇ ਸਾਨੂੰ ਫੋਨ ਆਇਆ ਕਿ ਇੱਦਾਂ ਇੱਦਾਂ ਉੱਥੇ, ਤੇ ਮੈਂ ਸਚਿਨ ਭਾਜੀ ਤੇ ਇੱਕ ਸਾਡੇ ਟੀਮ ਮੈਂਬਰ ਅਪਾਰ ਭਾਜੀ, ਅਸੀਂ ਸਾਰੇ ਰਾਤ ਨੂੰ 12 12:30 ਵਜੇ ਸਮਰਾਲਾ ਚੌਂਕ ਪਹੁੰਚੇ। ਉੱਥੇ ਦੇਖਿਆ ਕਿ ਪਾਰਕ ਦੇ ਵਿੱਚ ਘੱਟੋ ਘੱਟ 15-20 ਮੁੰਡੇ, ਕਹਿ ਲਓ ਕਿ ਜਿਹੜੇ ਰੋਡਾਂ ਤੇ ਜ਼ਿੰਦਗੀ ਬਤੀਤ ਕਰਦੇ ਨੇ, ਮੈਂ ਨਹੀਂ ਕਹਿੰਦਾ ਕਿ ਉਹ ਸਾਰੇ ਹੀ ਗਲਤ ਸੀ, ਪਰ ਜਿਹੜੀ ਸਿਚੁਏਸ਼ਨ ਦੇ ਵਿੱਚ ਮੈਂ ਭੈਣ ਨੂੰ ਮਿਲਿਆ ਸੀ ਤਾਂ ਮੈਨੂੰ ਬੜਾ ਡਰ ਲੱਗ ਰਿਹਾ ਸੀਗਾ ਕਿ ਸ਼ਾਇਦ ਜੇ ਉਸ ਰਾਤ ਕੱਲ ਦੀ ਰਾਤ ਅਸੀਂ ਉਸ ਭੈਣ ਕੋਲ ਨਾ ਪਹੁੰਚਦੇ ਤਾਂ ਕੀ ਹੋਣਾ ਸੀ। ਇਹ ਗੁਰਸਾਹਿਬ ਵੀ ਜਾਣਦੇ ਨੇ ਜਾਂ ਇਹ ਭੈਣ ਜਾਣਦੀ ਹੈ ਜਾਂ ਸਾਡੀ ਟੀਮ ਜਾਣਦੀ ਹੈ ਕਿ ਜਿਹੜਾ ਅਸੀਂ ਆਪਣੀ ਅੱਖਾਂ ਦੇ ਨਾਲ ਦੇਖ ਰਹੇ ਸੀਗੇ। ਇਹ ਭੈਣ ਉੱਥੇ ਪਾਰਕ 'ਚ ਬੈਠੀ ਹੈ, ਉੱਥੇ ਕੋਈ ਲਾਈਟ ਨਹੀਂ, ਪੂਰਾ ਹਨੇਰਾ, ਉੱਥੇ 4-5 ਮੁੰਡੇ ਹੋਰ ਉੱਥੇ ਪਾਰਕ 'ਚ ਲੇਟੇ ਹੋਏ ਸੀਗੇ ਗਲਤ ਹਾਲਤ ਦੇ ਵਿੱਚ। ਇਹ ਭੈਣ ਵਿਚਾਰੀ ਬੜੀ ਸਹਿਮੀ ਹੋਈ ਉੱਥੇ ਬੈਠੀ, ਇਹਦੇ ਐਨਕ ਲੱਗੀ ਹੋਈ ਸੀਗੀ। ਮੈਂ ਪੁੱਛਿਆ, ਮੈਂ ਕਿਹਾ ਭੈਣੇ ਕੀ ਨਾਮ ਹੈ ਤੇਰਾ? ਇਹਨੇ ਦੱਸਿਆ ਕਿ ਮੇਰਾ ਗੁੰਜਨ ਨਾਮ ਹੈ। ਮੈਂ ਪੁੱਛਿਆ ਕਿ ਕੀ ਹੋਇਆ? ਕਹਿੰਦੀ ਮੈਂ ਡਰੱਗਸ ਲੈਂਦੀ ਸੀ, ਇੰਜੈਕਟ ਲੈਂਦੀ ਸੀ, ਇੰਜੈਕਸ਼ਨ ਕਰਦੀ ਸੀ ਤੇ ਮੈਨੂੰ ਇਸ ਕਰਕੇ ਮੇਰੇ ਪਰਿਵਾਰ ਨੇ ਘਰੋਂ ਕੱਢਤਾ, ਬੇਦਖਲ ਕਰਤਾ। ਉਸ ਤੋਂ ਬਾਅਦ ਇਹ ਭੈਣ ਕਹਿੰਦੀ ਵੀਰੇ ਮੈਂ ਤੁਹਾਡੀ ਵੀਡੀਓਜ਼ ਦੇਖੀਆਂ ਹੋਈਆਂ, ਮੈਂ ਤੁਹਾਨੂੰ ਫੇਸਬੁੱਕ ਤੇ ਦੇਖਿਆ 1.5 ਸਾਲ ਪਹਿਲਾਂ। ਮੇਰੇ ਇੱਕੋ ਦਮ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੈਨੂੰ ਇਹਦੇ ਵਿੱਚ ਆਪਣੀ ਸਕੀ ਭੈਣ ਨਜ਼ਰ ਆਈ। ਪਤਾ ਕੀ ਹੁੰਦਾ ਕੋਈ ਵੀ ਬੰਦਾ ਨਾ, ਅਮੀਰ ਹੈ ਗਰੀਬ ਹੈ, ਤੁਸੀਂ ਹੋ ਮੈਂ ਵਾਂ, ਕੋਈ ਵੀ ਹੈ, ਹਜ਼ਾਰਾਂ ਲੱਖਾਂ ਕਰੋੜਾਂ ਦੁਨੀਆ, ਹਾਲਾਤ ਬਦਲਦੇ ਨਾ ਮਿੰਟ ਨਹੀਂ ਲੱਗਾ ਹੁੰਦਾ। ਜਦੋਂ ਬੰਦੇ ਦੇ ਹਾਲਾਤ ਬਦਲਦੇ ਨੇ ਨਾ ਵਿਦਨ ਡੇਜ਼ ਪਤਾ ਨਹੀਂ ਲੱਗਦਾ ਹੁੰਦਾ ਕਿ ਕਦੋਂ ਬੰਦਾ ਰਾਜੇ ਤੋਂ ਭਿਖਾਰੀ ਤੋਂ ਰਾਜਾ। ਉਹ ਸਭ ਕਰਮਾਂ ਦੀਆਂ ਗੇਮਾਂ ਨੇ, ਕਰਮ ਬਹੁਤ ਵੱਡੀ ਚੀਜ਼ ਹੈ। ਜਦੋਂ ਇਹ ਭੈਣ ਨੂੰ ਮੈਂ ਰਾਤੀ ਦੇਖਿਆ ਤੇ ਹੱਥ ਤੇ ਕੱਟ ਵੀ ਬਹੁਤ ਲੱਗੇ ਹੋਏ ਨੇ, ਇੰਜੈਕਸ਼ਨ ਦਿਖਾਈ, ਇੰਜੈਕਸ਼ਨ ਦੇ ਨਿਸ਼ਾਨ ਵੀ ਬਹੁਤ ਨੇ। ਇਹ ਭੈਣ ਆਪਣੇ ਮੂੰਹ ਸਭ ਕੁਝ ਮੰਨਦੀ ਹੈ। ਜਦੋਂ ਇਹ ਕੱਲ ਮੈਂ ਭੈਣ ਨੂੰ ਦੇਖਿਆ ਉੱਥੇ ਹੋਰ ਵੀ 3-4 ਫੀਮੇਲ ਭੈਣਾਂ ਸੀਗੀਆਂ ਉੱਥੇ, ਪਰ
ਉਹਨਾਂ ਨੂੰ ਦੇਖ ਕੇ ਮੈਨੂੰ ਇਹ ਨਹੀਂ ਲੱਗਿਆ ਕਿ ਉਹ ਸੁਧਰਨਾ ਚਾਹੁੰਦੀਆਂ, ਕਿਉਂਕਿ ਇਹ ਹੋਰ ਦੁਨੀਆ ਹੈ, ਇਹ ਦੁਨੀਆ ਬਾਰੇ ਤੁਸੀਂ ਆਲਰੇਡੀ ਜਾਣਦੇ ਹੋ। ਪਰ ਇੱਕ ਭੈਣ ਨਾਲ ਜਦੋਂ ਰੋਡ ਤੇ ਗਲਤ ਹੋ ਰਿਹਾ, ਬਰਦਾਸ਼ਤ ਨਹੀਂ ਹੋ ਰਿਹਾ ਸੀ, ਤਾਂ ਇਹ ਭੈਣ ਰੋਡਾਂ ਤੇ ਹੀ ਰਹਿ ਰਹੀ ਹੈ ਪਿਛਲੇ 1.5 ਮਹੀਨੇ ਤੋਂ। ਅਸੀਂ ਇਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਭੈਣੇ ਕੀ ਹੋਇਆ, ਇਹਨੇ ਦੱਸਿਆ ਕਿ ਮੈਂ ਕਿਉਂ ਨਸ਼ਾ ਲੈਣਾ ਸ਼ੁਰੂ ਕੀਤਾ ਸੀ, ਮਦਰ ਐਕਸਪਾਇਰ ਹੋ ਗਏ ਉਹਦੇ ਗਮ 'ਚ ਸ਼ੁਰੂ ਹੋ ਗਿਆ, ਹਸਬੈਂਡ ਧੱਕਾ ਕਰਨ ਲੱਗ ਗਏ ਉਹਦੇ ਗਮ 'ਚ ਸ਼ੁਰੂ ਹੋ ਗਿਆ, ਫਾਦਰ ਵਿਚਾਰੇ ਨਾਲ ਮੈਂ ਹੁਣ ਬੈਠਾ। ਮੈਂ ਰਾਤੀ ਜਦੋਂ ਅਸੀਂ ਪੁਲਿਸ ਮੁਲਾਜ਼ਮਾਂ ਨੂੰ ਫੋਨ ਕੀਤਾ, 7 ਨੰਬਰ ਥਾਣੇ ਗਏ, ਥਾਣੇ ਜਾ ਕੇ ਇਸ ਭੈਣ ਨੂੰ ਉੱਥੇ ਉਹ ਕਰਾਇਆ ਕਿ ਹਾਂ ਭਈ ਸਾਨੂੰ ਇਹ ਭੈਣ ਮਿਲੀ ਹੈ ਤੇ ਇਹਦੀ ਅਸੀਂ ਹੈਲਪ ਕਰਨਾ ਚਾਹੁੰਦੇ ਹਾਂ। ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਹੈਗਾ ਇਸ ਪਾਸੇ। ਹਾਲਾਂਕਿ ਕਹਿਣ ਨੂੰ 6 ਮਹੀਨੇ ਹੋ ਚੁੱਕੇ ਨਵੀਂ ਸਰਕਾਰ ਨੂੰ ਬਣੇ, ਪਰ ਜਿਹੜਾ ਚਿੱਟਾ ਹੈ ਉਹ ਜਿਵੇਂ ਪਹਿਲਾਂ ਵਿਕ ਰਿਹਾ ਸੀ ਉਵੇਂ ਹੀ ਅੱਜ ਵਿਕ ਰਿਹਾ। ਔਰ ਮੈਂ ਬਾਕੀ ਲੀਡਰਾਂ ਵਾਂਗੂ ਤਮਾਸ਼ਬੀਨੀ ਇਹ ਕਹਿ ਕੇ ਨਹੀਂ ਕਰਨਾ ਚਾਹੁੰਦਾ ਕਿ ਚਿੱਟਾ ਬੰਦ ਕਰਨ ਦਾ ਕੋਈ ਤਰੀਕਾ ਹੈਗਾ। ਜਦੋਂ ਤੱਕ ਕਿਸੇ ਚੀਜ਼ ਦੀ ਡਿਮਾਂਡ ਰਹੇਗੀ ਨਾ, ਉਦੋਂ ਤੱਕ ਤੁਸੀਂ ਸਪਲਾਈ ਨਹੀਂ ਬੰਦ ਕਰ ਸਕਦੇ ਹੋ। ਕਿਸੇ ਨਾ ਕਿਸੇ ਸਪਲਾਈ ਤਰੀਕੇ ਹੁੰਦੀ ਰਹੇਗੀ। ਅਗਰ ਅੱਜ ਵੀ ਮੈਨੂੰ ਜੋ ਲੱਗਦਾ ਅੱਜ ਵੀ ਚਿੱਟਾ ਵੇਚਣ ਵਾਲੇ ਨੂੰ ਗੋਲੀ ਦਾ ਆਰਡਰ ਦੇ ਦਿੱਤਾ ਜਾਵੇ ਨਾ ਸਰਕਾਰ ਵੱਲੋਂ ਕਿ ਜਿਹੜਾ ਚਿੱਟਾ ਵੇਚਦਾ ਫੜਿਆ ਗਿਆ ਉਹਨੂੰ ਗੋਲੀ ਨਾਲ ਉਡਾ ਦਿਓ, ਫਿਰ ਵੀ ਲੋਕ ਜਾਨ ਦੇ ਰਿਸਕ ਤੇ ਚਿੱਟਾ ਵੇਚਣਗੇ ਕਿਉਂਕਿ ਉਹਦੀ ਡਿਮਾਂਡ ਹੈਗੀ। ਜਦੋਂ ਤੱਕ ਯੂਥ ਇਹ ਚਿੱਟੇ ਦੀ ਦੁਨੀਆ ਨਹੀਂ ਛੱਡਦੀ, ਨਸ਼ੇ ਦੀ ਦੁਨੀਆ ਨਹੀਂ ਛੱਡਦੀ, ਉਦੋਂ ਤੱਕ ਇਹਦਾ ਕੋਈ ਹੱਲ ਨਹੀਂ ਹੋਣਾ। ਮੈਂ ਗੱਲਬਾਤ ਕਰਾਂਗਾ ਗੁੰਜਨ ਭੈਣ ਨਾਲ, ਕਿਉਂਕਿ ਜਦੋਂ ਅਸੀਂ ਕੱਲ ਜਿਹੜੀ ਹਾਲਾਤਾਂ 'ਚ ਇਹਦੀ ਹੈਲਪ ਕੀਤੀ ਹੈ, 1.5 ਮਹੀਨੇ ਇਸ ਭੈਣ ਨੇ ਰੋਡਾਂ ਤੇ ਬਿਤਾਏ ਨੇ। ਕੱਲ ਜਦੋਂ ਅਸੀਂ ਇਹਦੀ ਹੈਲਪ ਲਈ ਪਹੁੰਚੇ ਤਾਂ ਉਦੋਂ ਵੀ ਸਾਡੀ ਅੱਖਾਂ ਦੇ ਮੂਹਰੇ 5-7 ਮੁੰਡੇ ਨਸ਼ੇ ਦੀ ਹਾਲਤ ਦੇ ਵਿੱਚ ਇਹਦੇ ਆਲੇ ਦੁਆਲੇ ਮੰਡਰਾ ਰਹੇ ਸੀ। ਔਰ ਇਹਨੇ ਆਪਣੇ ਮੂੰਹੋਂ ਦੱਸਿਆ ਕਿ ਪਰਸੋਂ ਮੈਨੂੰ 4-5 ਮੁੰਡਿਆਂ ਨੇ ਧੱਕੇ ਨਾਲ ਮੇਰੇ ਨਾਲ ਗਲਤ ਕੰਮ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਬਚ ਗਈ ਇਹ ਭੈਣ। ਤੇ ਮੈਨੂੰ ਲੱਗਦਾ ਕਿ ਕੱਲ ਰਾਤ ਵੀ ਉਹ ਮੰਜ਼ਰ ਸੋਚ ਕੇ ਮੈਨੂੰ ਵੀ ਕੁਝ ਹੁੰਦਾ ਕਿ ਜੇ ਕੱਲ ਰਾਤ ਸਾਡੀ ਟੀਮ ਉੱਥੇ ਨਾ ਪਹੁੰਚਦੀ ਜਾਂ ਗੁਰੂ ਸਾਹਿਬ ਸਾਨੂੰ ਨਾ ਭੇਜਦੇ, ਚਲੋ ਸਾਡੀ ਕੀ ਔਕਾਤ ਹੈ, ਤਾਂ ਸ਼ਾਇਦ ਕੱਲ ਦੀ ਰਾਤ ਫਿਰ ਦਰਿੰਦਗੀ ਦੀ ਰਾਤ ਇਸ ਭੈਣ ਲਈ ਨਿਕਲਣੀ ਸੀ। ਤਾਂ ਮੈਂ ਗੱਲ ਕਰਨਾ ਭੈਣੇ, ਕਿਉਂ ਤੁਸੀਂ ਇਹ ਦੁਨੀਆ ਦੇ ਵਿੱਚ ਆਏ, ਕੀ ਹੋਇਆ? मेरे जो हस्बैंड थे उन्होंने मुझे डाला इस नशे में। एक्चुअली वो भी करते थे, मेरी आंखों के सामने बैठ के करते थे। तो इंजेक्शन लगाते थे? हाँ जी, वो इंजेक्शन लगाते। तो मैंने उनको बोला, मेरे को लगा शायद उनको शर्म आ जाएगी। मैंने कहा चलो ठीक है, मेरे लिए भी बनाओ, मेरे को भी लगाओ। इसलिए बोला भी शायद वाइफ बोल रही तो शर्म कर लें। उन्होंने बना दिया और मेरे इंजेक्शन लगा भी दिया। उनको बिल्कुल भी शर्म नहीं आई। उसके बाद मैंने लगातार लगाना शुरू। आप कल रात को बार बार एक बात बोल रहे थे कि मैंने गलती की है, मेरे पापा का कोई कसूर नहीं है, मैं अपनी गलती की सजा भुगत रही हूँ। नशा किया मैंने खुद किया। चलो अगर हस्बैंड का भी नाम ले रही, उसने तो सिर्फ एक सामने सैंपल ही दिखाया, मैंने अपने मुंह में तो उसको खुद ही डाला। सबसे मेन कारण क्या था कि आपको इस दुनिया में जाना पड़ा? मम्मा मदर बहुत अकेलापन फील करती होती थी। सोचा था कि मम्मा के जाने के बाद जिससे शादी करी वो संभालेगा, बट उसने भी नहीं संभाला। पापा को क्यों टेंशन है, तो क्योंकि उनके सिर पे ऑलरेडी 2 छोटी छोटी लड़की हैं। पापा को मैं दादी और पापा उन्होंने को ज़्यादा परेशान नहीं करती थी। आपको पता है आज के ज़माने में हमारे जैसे भाई आपके, आप वीडियोस देखते हो मेरी, पहले देखते थे? मैं हर वीडियो में कोशिश करता हूँ कि मैं लड़कियों को कोई ना कोई उनकी एग्जाम्पल ऐसी लूँ कि लोग लड़कियों को लड़कों से कम ना समझें। पर आपका ये कदम ज़िंदगी में कहीं ना कहीं फिर आपके पापा को ये सोचने पे मजबूर कर रहा है कि हालांकि आपका भाई भी पापा बोल रहे हैं कि नशे की दुनिया में ही है। अंकल कदों तो ਤੁਹਾਡਾ ਬੇਟਾ ਕਦੋਂ ਤੋਂ ਇੱਕ ਦੁਨੀਆ 'ਚ? ਇਹਨੂੰ 1.5 ਸਾਲ ਹੋ ਗਏ ਮੈਨੂੰ ਬੇਦਖਲ ਕਰਕੇ। ਤੇ ਇਹਦੇ ਨਾਲ ਕੀ ਹੋਇਆ ਸੀ ਅੰਕਲ, ਮਤਲਬ ਸ਼ੁਰੂ ਤੋਂ ਪਹਿਲੇ ਦਿਨ ਤੋਂ ਘਟਨਾ ਜਿਹੜੀ ਕਿੱਦਾਂ ਹੋਈ? ਉਹ ਸ਼ਾਦੀ ਤੋਂ ਬਾਅਦ ਇਹ ਚਲੀ ਗਈ ਆਪਣੀ। ਕਦੋਂ ਹੋਇਆ ਸੀ ਇਹਦਾ ਵਿਆਹ? 2017 15 ਜਨਵਰੀ 23 ਦਸੰਬਰ ਨੂੰ ਮੇਰੀ ਆਪਣੀ ਮਰਜ਼ੀ ਨਾਲ ਇਹਨੇ ਵਿਆਹ ਕਰਾਇਆ ਸੀ? ਹਾਂਜੀ। ਅੱਛਾ, ਲਵ ਮੈਰਿਜ ਕਰਾਈ ਸੀ? ਹਾਂਜੀ, 23 ਦਸੰਬਰ ਨੂੰ ਮੇਰੀ ਵਾਈਫ ਦੀ ਡੈਥ ਹੋਈ ਸੀ। 23 ਦਸੰਬਰ ਨੂੰ 2016 ਚ? ਹਾਂਜੀ ਠੀਕ ਹੈ। ਤੇ 17 ਜਿਹਦੀ ਸ਼ਾਦੀ ਇਹਨੇ ਆਪਣੀ ਮਰਜ਼ੀ ਨਾਲ ਸ਼ਾਦੀ ਕੀਤੀ। ਆਪਣੀ ਮਰਜ਼ੀ ਨਾਲ? ਇਹਦੇ ਘਰ ਦੇ ਮੰਨੇ ਸੀ ਕਿ ਚੱਲ ਗਏ ਸੀ ਆਪ ਹੀ? नहीं, दादा तो नहीं मान रहे थे, मतलब कोई भी नहीं मान रहा था। क्यों नहीं मान रहे होंगे पापा? आपको क्या लगता है? हम पापा से पूछने से पहले आपसे पूछते हैं कि पापा क्यों नहीं मान रहे होंगे? पापा ने तो शादी करनी थी आपकी। पता ही था, जो मेरे साथ आज हो रहा है ये ऑलरेडी मुझे मम्मा और पापा ने बता दिया। आपके पापा ने, देखो सारी जिंदगी पापा ने तो घर तो बिठाना नहीं होता अपने बच्चों को, है ना। मेरी भी बहन है, मेरी भी बहन की शादी होनी है, तो आपको क्यों लगता है कि माँ बाप क्यों रोकते हैं कि उस लड़के का पीछा छोड़ दे? आपको भी रोका होगा, याद है वो टाइम? याद है जब पापा लड़ते होंगे, डांटते होंगे आपको कि हाँ भी ये लड़का, ਤੁਸੀਂ ਰੋਕਿਆ ਸੀ ਅੰਕਲ ਇਹਨੂੰ ਮੁੰਡੇ ਨਾਲ ਵਿਆਹ ਕਰਾਉਣ ਲਈ? ਬਿਲਕੁਲ ਜੀ। ਕਿਉਂ ਰੋਕਿਆ ਸੀ? ਇਸ ਦਿਨ 7 ਤਰੀਕ ਰਾਤ ਨੂੰ, ਜਿਹਨਾਂ 8 ਤਰੀਕ ਸਵੇਰੇ ਦੀ ਸ਼ਾਦੀ ਸੀ, ਰਾਤ ਨੂੰ ਮੈਂ ਡਰਿੰਕ ਜ਼ਿਆਦਾ ਕਰ ਲਈ। 7 ਤਰੀਕ 7 ਤਰੀਕ ਰਾਤ ਨੂੰ Tension? ਮਤਲਬ ਮੈਂਟਲੀ ਇੱਕ ਤਾਂ ਵਾਈਫ ਦੀ ਟੈਨਸ਼ਨ, ਉੱਪਰ ਇਹਨੇ ਦਿਮਾਗ ਦੇ ਮੇਰੇ ਪ੍ਰੈਸ਼ਰ ਪਾਤਾ ਵੀ ਮੈਂ ਤਾਂ ਵਿਆਹ ਕਰਨਾ ਹੀ ਕਰਨਾ ਸਵੇਰੇ। ਠੀਕ ਹੈ। 8 ਤਰੀਕ ਮੇਰੀ ਵਾਈਫ ਮਿੱਥ ਕੇ ਗਈ ਸੀ ਠੀਕ ਹੈ। ਵੀ ਆਪਾਂ 8 ਨੂੰ ਤੋੜਨੀ ਆ, ਔਰ ਉਸ ਤੋਂ ਪਹਿਲਾਂ ਉਹੀ ਖਤਮ ਹੋ ਗਈ। ਠੀਕ ਹੈ। ਤੇ ਉਹ ਮੈਂ ਪੀੜੀ ਮੈਂ ਇਹਨੂੰ ਕਿਹਾ, ਮੈਂ ਕਿਹਾ ਬੇਟਾ ਤੂੰ ਮੈਨੂੰ 1 ਸਾਲ ਦਾ ਟਾਈਮ ਦੇ, ਜਿੱਦਾਂ ਤੂੰ ਕਹੇਂਗੇ ਮੈਂ ਤੇਰੀ ਉਦਾਂ ਸ਼ਾਦੀ ਕਰੂੰਗਾ। ਠੀਕ ਹੈ। ਵੀ ਪਰ ਹਜੇ ਇਹਨੇ ਉਮਰ ਹੈ, ਜਿੱਦ ਬਹੁਤ ਸੀ। ਹਾਂ ਵੀ ਤੇਰੀ ਭੈਣਾਂ ਵੀ ਤੇ ਛੋਟੀਆਂ। ਹਾਂ।
ਭੈਣਾਂ ਬਹੁਤ ਛੋਟੀ। ਹਾਂ 1 ਸਾਲ ਦਾ ਮੈਨੂੰ ਟਾਈਮ ਦੇ ਬਸ, ਅੱਛਾ ਬਟ ਇਹਨੇ ਟਾਈਮ ਨਹੀਂ ਦਿੱਤਾ। ਅੱਛਾ ਬੇਟਾ ਉਦੋਂ ਤੁਸੀਂ ਰਿਲੇਸ਼ਨ 'ਚ ਕਦੋਂ ਆਏ ਸੀਗੇ ਉਹ ਮੁੰਡੇ ਨਾਲ ਜਦੋਂ ਵਿਆਹ ਕਰਾਇਆ? 4 साल शादी से पहले 4 साल ਵਿਆਹ ਤੋਂ ਪਹਿਲਾਂ, और शादी के 6-7 साल, 10 साल। तो 4 सालों में आपको उस लड़के के बारे में पता नहीं लगा कि इतना अंधा? तब एक्चुअली ये वाकई में कोई नशा नहीं करते थे। अच्छा वो पहले नशा नहीं करते, हाँ जी, तो इन्होंने बिल्कुल। नशा क्यों स्टार्ट किया? ये एक्चुअली इनका एक फ्रेंड था कामिया में ही, सोनू करके, उसकी तो डेथ हो चुकी है। वो ये यूज़ भी करता था और वो उस चीज़ को बेचता भी था। अच्छा तो इन्होंने वो देखा भी इस चीज़ में पैसा भी बहुत है, तो इन्होंने भी वो काम, दिल्ली में, गुड़गांव में जॉब करते थे मर्चेंटाइजिंग की, टिकटॉली ब्रांड में, गारमेंट लाइन में। तो 25,000 इनकी सैलरी थी, सब कुछ ठीक चल रहा था 2 साल तक शादी के बाद। इन्होंने जब ये काम शुरू किया या लुधियाना में, वहाँ से काम छोड़ के आ गए, तो इन्होंने वो चीज़ बेचनी शुरू कर दी। फिर उसके बाद इनके दिमाग में खटका कि इस चीज़ में ऐसा क्या है जो लोग इतने पैसे देने को तैयार हो जाते हैं चिट्टे में। हाँ जी, तो इन्होंने उस चीज़ को एक बार यूज़ किया। आपने एक दिन में कितनी बार इंजेक्शन लगाया? इंजेक्शन मैंने सिर्फ 3 बार लगाया, एक दिन में नहीं, मतलब अदर कभी कभार, मतलब आज तक आपने 3 बार इंजेक्शन लगाया? अदरवाइज मैं पेपर पे लगाती पेपर पे कितना लगाते थे हूँ, एक दिन में 4 बार। एक दिन में 4 बार? तो मेरे को लगता है कि ये ओवरडोज है 4 बार एक दिन में। ਅੰਕਲ ਵਿਆਹ ਤੋਂ ਬਾਅਦ ਤੁਸੀਂ ਮਤਲਬ ਉਦੋਂ ਹੀ ਪੈਰ ਪੁੱਟ ਲਿਆ ਸੀ ਵਿਆਹ ਤੋਂ ਬਾਅਦ ਪਿੱਛੇ ਕਿ ਉਦੋਂ ਬਾਅਦ ਉਸ ਠੀਕ ਤੋਂ ਹੋ? ਬਾਅਦ ਵੀ ਘਰੇ ਆਂਦੀ ਸੀ, ਘਰੇ ਨੇ ਆਣਾ, ਫਿਰ ਮੰਮੀ ਦਾ ਦਾਦੀ ਹੈ, ਚਲ ਬਾਪ ਹੈ, ਦਿਲ ਪਸੀਜੇ ਨਾਲ ਰੱਖ ਲੈਣਾ ਨੂੰ, ਫਿਰ ਮਤਲਬ ਹਫਤਾ 10 ਦਿਨ ਮਹੀਨਾ ਨੇ ਰਹਿਣਾ ਠੀਕ, ਫਿਰ ਇਹਨੇ ਚੱਲ ਜਾਣਾ। ਬੜਾ ਔਖਾ ਹੁੰਦਾ ਅੰਕਲ ਇੱਕ ਪਿਓ ਲਈ ਐਡਾ ਪੱਥਰ ਦਿਲ ਹੋਣਾ ਕਿ ਹਾਂਜੀ, ਹਾਂਜੀ। ਕੁੜੀ ਨੂੰ ਬੇਦਖਲ ਕਰਨਾ। ਮੈਂ ਆਪਣੀ ਮਾਂ ਨਾਲ ਆਪਣੀ ਦਿਲ ਦੀ ਗੱਲ ਕਿਹੜੀ ਸ਼ੇਅਰ ਕਰਾਂ? ਹਾਂ ਮਾਂ ਨਾਲ ਨਹੀਂ ਹੁੰਦੀ, ਹੂੰ ਕੁਝ ਗੱਲਾਂ ਐਸੀਆਂ ਹੁੰਦੀਆਂ ਜੋ ਔਰਤ ਨਾਲ ਜਾਂ ਆਪਣੇ ਬੱਚੇ ਨਾਲ ਸ਼ੇਅਰ ਕਰ। ਸੱਚ ਹੈ ਆਪਣੀ ਬੇਟੀ ਨਾਲ ਜਾਂ ਆਪਣੀ ਵਾਈਫ ਨਾਲ। ਮੈਂ ਹੁਣ ਕਿਸੇ ਨਾਲ ਕੋਈ ਗੱਲ ਸ਼ੇਅਰ ਕਰ ਨਹੀਂ ਸਕਦਾ। ਤੁਸੀਂ ਅੰਕਲ ਇੰਨੇ ਸਾਲ ਸਭ ਤੋਂ ਵੱਡੀ ਬੇਟੀ ਤੁਹਾਡੀ ਕਿ ਬੇਟਾ ਵੱਡਾ ਇਸ ਤੋਂ? ਵੱਡਾ ਬੇਟਾ। ਬੇਟਾ ਵੱਡਾ, ਉਹ ਵੀ ਚਲਾ ਗਿਆ ਘਰੋਂ। 25-26 ਸਾਲ ਤੁਸੀਂ ਉਹਨੂੰ ਵੀ ਪਾਲਿਆ, ਮਤਲਬ ਦਿਹਾੜੀਆਂ ਕਰ ਕਰਕੇ ਇਹਨੂੰ ਵੀ ਪਾਲਿਆ, ਤੇ ਅੱਜ ਬੱਚੇ ਇਹ ਸਿਲਾ ਦੇ ਰਹੇ ਨੇ, ਇਹਦੇ ਚ ਕਸੂਰਵਾਰ ਕਿਹਨੂੰ ਸਮਝਦੇ ਹੋ? ਮੈਂ ਤਾਂ ਕਹਾਂ ਕਿ ਮੇਰੀ ਕਿਸਮਤ ਹੀ ਖਰਾਬ ਹੈ ਜੀ। ਕਿਸਮਤ ਖਰਾਬ ਹੈ। ਤੇ ਅੱਗੋਂ ਇਹ ਜਿਹੜੀ ਇਹ ਕੰਮ ਕਰ ਰਹੇ ਨੇ ਇਹ ਕਦੋਂ ਸਮਝਣਗੇ? ਇਹ ਸਮਝ ਲੂਗੇ, ਮੇਰੀ ਜ਼ਿੰਦਗੀ ਦੇ ਸਮਝ ਲੂਗੇ, ਮੇਰੇ ਮਰਨ ਤੋਂ ਬਾਅਦ ਕੋਈ ਨਹੀਂ ਪੁੱਛੂਗਾ ਇਹਨਾਂ ਨੂੰ। ਉਹ ਸਹੀ ਗੱਲ, ਅੱਜ ਤੁਸੀਂ ਲੈਣ ਆ ਗਏ ਹੋ, ਕੱਲ ਰਾਤ ਜਿਹੜੀ ਰੋਡ ਤੇ ਸੀਗੀ ਤਾਂ ਜੇ ਤੁਸੀਂ ਨਾ ਹੁੰਦੇ ਤਾਂ ਕਿਸੇ ਨੇ ਵੀ ਨਹੀਂ ਆਣਾ ਸੀ ਲੈਣ। ਹਾਂਜੀ ਸੁਧਰਨਾ ਚਾਹੁੰਦੇ ਹੋ ਹੁਣ ਤੁਸੀਂ? ਮੇਰੀ ਵੀਡੀਓਜ਼ ਦੇਖਦੇ ਸੀ, ਕਦੀ ਉਸ ਤੋਂ ਇਨਸਪੀਰੇਸ਼ਨਲ ਲੈਣ ਦੀ, ਕਦੀ ਮੈਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਵੀਰੇ ਨੂੰ ਮਿਲਾਂ? होता था, आपको फेसबुक पे, मैं मैसेंजर पे भी मैसेजेस वगैरह डालती होती थी, तो तब मैं कोई नशा भी नहीं करती थी, हाउस वाइफ थी, अपने ससुराल में थी तब मैं। तो तब उस टाइम तो खैर ध्यान नहीं दिया इस चीज़ को, और कभी सपने में सोचा भी नहीं था कि मैं आज आपके ऐसे पास में बैठी होंगी, वो भी इस सिचुएशन में। जैसे आपको महसूस होती है मदर की, हस्बैंड की, अंकल भी बोल रहे हैं कि मेरी वाइफ भी नहीं है, मेरी बेटी भी चली गई, तो मैं किससे शेयर करूं? दुनिया में सबसे बड़ा नशा में जाने का कारण ही यही है, डिप्रेशन, कि हमारे पास कोई शेयरिंग के लिए नहीं है। अगर सारे एक दूसरे के साथ शेयरिंग करें तो नशे में करें। तो आपने कभी नहीं सोचा कि मैं भाई से मिल लूँ, मेरे को मिल लूँ आके? मैंने इनको बोला भी था काफ़ी बार, मैंने कहा लुधियाना में भी होते हैं, आप कोशिश तो करो, एक बार मिलने चलते हैं। हमने मेरे आपको मैंने बताया था ना 5 ऑपरेशन हुए हैं और दांत भी सारे टूटे हुए हैं, वो फिलिंग करवाने वाली है। मैंने कहा भाई से बात करेंगे जाके और उनसे हेल्प मांग लेंगे, भी आप हेल्प कर दो थोड़ी, आप खुद ही करवा दो फिलिंग वगैरह, मुझसे खाया नहीं जाता, दर्द होती है बहुत, जो बड़ा सारा टूटा हुआ और ये ठुड्डी भी टूटी हुई है। तो ये जाते ही नहीं थे, ये अपने उसी चीज़ में लगे रहते। अभी कितने दिन हो गए आपके हस्बैंड को आपको छोड़ के गए? 25 डेज हो चुके। 25 दिनों से उन्हें कुछ नहीं पता कि आप जिंदा होके मर गए? नहीं, तो आप ये पिछले 25 दिन से कहाँ जिंदगी फिर? समराला चौक सेंटर में जो पार्क है, 1.5 महीने कम से कम मेरे को लगता है कि 60 रातें आपने रोड पे बिताई हैं। तो यहाँ पर तो दिन में लड़कियाँ सेफ नहीं है, बच्चियाँ सेफ नहीं, तो आपने 60 रातों में क्या कुछ देखा होगा? कुछ याद है कि? ही डर के निकाली है दिन रात, सारा दिन सारी रात बैठ के निकालती थी, 1 मिनट भी नहीं मैं लेती थी। खाना कहाँ से खाते थे? नानकसर गुरुद्वारे में लंगर लगता होता था, वो भी एक ही टाइम खाती होती थी पूरी दिहाड़ी में? तो फिर जो 1.5 महीने आप बाहर रहे हो, उसमें जो आपके पास जो आप बोल रहे हो कि मैंने गोलियां भी खाई हैं, वो कहाँ से आती थी? वो मैं समराला चौक से बाहर निकल के लोगों से 10 रुपए 20 रुपए भीख मांग के? भीख मांग के। तो किसी ने 1.5 महीने में आपकी हेल्प करने की कोशिश नहीं की? हजारों लोगों की आंखें आप पे गई होंगी। आते जाते देखते भी थे, उस पार्क में से काफी लोग रोड क्रॉस करनी है तो पार्क के बीच में से भी निकल के जाके देखते, वो देखते थे कि पूरे पार्क में कली लड़की बैठी है, इतने लड़कों के बीच में कोई आगे पूछता भी नहीं था। तो आपने कभी किसी से हेल्प मांगने की कोशिश की? हाँ जी, मेरे को एक लेडी मिली थी, उन्होंने एक बार आके मुझे पूछा था, तो मैंने बताया था, तो मैंने उनको कहा कि आंटी मेरे को 20 दिन हो गए हैं, मेरी आंखें तरसी पड़ी सोने को, मैं सोई नहीं हूँ,
यहाँ डर लगता है अगर ज़रा से भी आँख लगी कुछ हो गया तो वो अच्छा ठीक है बेटा कोई बात नहीं, मैं कहते थोड़ी देर में आ रही हूँ। उसके बाद वो लेडी आई। परसों रात भी आपने बताया कि आपके साथ जबरदस्ती हुई, परसों रात क्या हुआ था, कितने लड़के थे, क्या परसों रात को ना एक्चुअली मैं बैठ के ही काट रही थी। रात का टाइम है, कितने बजे का टाइम है, कुछ आइडिया? ये था 2:30 बजे का टाइम, रात को 2:30 बजे। अच्छा, हाँ जी। तो एकदम से आंख लग गई, मैं थोड़ी सी ट्विस्ट हो गई, टेढ़ी हो पार्क गई, में, समराला हाँ चौक जी, में। बेंच के ऊपर, उसी बेंच पे जहाँ उसी मैं, बेंच पे, हाँ हाँ, जी। तो जब ऐसे करके आंख खोली तो मैं खुद हैरान थी देख के, 2 लड़के इधरली साइड, 2 लड़के इधरली साइड, 4 लड़के थे। 2 ने फेस पे मास्क पहना हुआ था, 2 ने हैंकी बांधा हुआ था, कर्चिफ। तो 2 ने मेरी टांगे पकड़ ली, 2 ने ऐसे पीछे से यूं करके हाथ पकड़ लिए, और किसी ने एक लंबा हाथ करके मेरा मुंह बंद कर दिया ताकि ये चिल्लाए ना। तो मैंने किसी ना किसी तरह दंदी काटी उसके हाथ पे, उसको पीछे गया। शर्म आ रही है? ਇਹ ਨਾ ਖਬਰ ਬਣਨੀ ਸੀ ਔਰ ਨਾ ਇਸ ਭੈਣ ਲਈ ਕੈਂਡਲ ਮਾਰਚ ਨਿਕਲਣੀ ਸੀ ਔਰ ਨਾ ਇਹਦੀ ਜ਼ਿੰਦਗੀ ਬਚਣੀ ਸੀ। ਇਹ ਸਿਰਫ ਇੱਕ ਗੁਮਨਾਮ ਕੇਸ ਬਣ ਕੇ ਦਫਨ ਹੋ ਜਾਣਾ ਸੀਗਾ। ਔਰ ਮੈਨੂੰ ਸਭ ਤੋਂ ਜ਼ਿਆਦਾ ਸ਼ਿਕਾਇਤ ਆਮ ਲੋਕਾਂ ਨਾਲ ਹੈ, ਜਿੱਦਾਂ ਅੱਜ ਚੰਡੀਗੜ੍ਹ ਯੂਨੀਵਰਸਿਟੀ ਜੋ ਭੈਣਾਂ ਨਾਲ ਹੋ ਰਿਹਾ, ਤੁਸੀਂ ਦੇਖੋ ਕਿ ਉਹਦੀ ਵੀਡੀਓ ਵਾਇਰਲ ਕਰਨ ਦੇ ਵਿੱਚ ਕਿੰਨੇ ਉਹ ਕੁੱਤੇ ਲੋਕਾਂ ਦਾ ਹੱਥ ਹੋਏਗਾ ਜਿਨ੍ਹਾਂ ਕੋਲ ਉਹ ਵੀਡੀਓ ਆਂਦੀ ਹੋਏਗੀ ਤੇ ਉਹਨੂੰ ਫੋਨ ਆਂਦਾ ਹੋਏਗਾ ਕਿ ਯਾਰ ਉਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਭੇਜੀ। ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਉਹ ਵੀਡੀਓ ਦੇ ਵਿੱਚ ਕਦੀ ਤੁਹਾਡੀ ਭੈਣ ਵੀ ਹੋ ਸਕਦੀ ਹੈ, ਤੁਹਾਡੀ ਵਾਈਫ ਵੀ ਹੋ ਸਕਦੀ ਹੈ, ਤੁਹਾਡੀ ਮਦਰ ਵੀ ਹੋ ਸਕਦੀ ਹੈ, ਕਿਉਂਕਿ ਜਿਹੜੀ ਸਵੇਰੇ ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲ ਵਾਇਰਲ ਹੋ ਰਹੀ ਹੈ ਨਾ, ਉਹ ਕਿਸੇ ਭੈਣ ਨੇ ਐਮਐਮਐਸ ਆਪ ਨਹੀਂ ਬਣਾਇਆ, ਉਹ ਬਾਥਰੂਮ ਦੇ ਵਿੱਚ ਉਹਨਾਂ ਦੇ ਵੀਡੀਓਜ਼ ਕੈਮਰੇਜ਼ ਫਿੱਟ ਕਰਕੇ ਵੀਡੀਓਜ਼ ਵਾਇਰਲ ਹੋ ਰਹੀਆਂ। ਤੁਸੀਂ ਸੋਚੋ ਇਹ ਸ਼ਿਕਾਰ ਤਾਂ ਕੋਈ ਵੀ ਹੋ ਸਕਦਾ। ਪਹਿਲਾਂ ਮੈਂ ਵੀਡੀਓ 'ਚ ਕਹਿੰਦਾ ਹੁੰਦਾ ਸੀਗਾ ਕਿ ਭੈਣਾਂ ਆਪ ਪਿਆਰ 'ਚ ਆ ਕੇ ਐਦਾਂ ਦੀਆਂ ਵੀਡੀਓਜ਼ ਭੇਜ ਦਿੰਦੀਆਂ ਆਪਣੇ ਦੋਸਤ ਨੂੰ, ਕੱਲ ਨੂੰ ਸੁਸਾਈਡ ਕਰਨ ਵੱਲ ਤੁਰਦੀਆਂ, ਆਪ ਹੀ ਵੀਡੀਓ ਫੋਟੋ ਬਣਾ ਕੇ ਭੇਜ ਦੇਣੀ ਆਪਣੇ ਬॉयਫ੍ਰੈਂਡ ਨੂੰ ਤੇ ਫਿਰ ਕੱਲ ਨੂੰ ਮਰਨ ਵੱਲ ਤੁਰ ਪੈਣਾ। ਪਰ ਇੱਥੇ ਤਾਂ ਯਾਰ ਇੱਕ ਟਰਾਈ ਰੂਮ ਦੇ ਵਿੱਚ, ਇੱਕ ਬਾਥਰੂਮ ਦੇ ਵਿੱਚ ਕੈਮਰੇ ਫਿੱਟ ਕਰਕੇ ਹੋ ਰਿਹਾ। ਇੱਥੇ ਕੀ ਕਰੋਗੇ ਤੁਸੀਂ? ਇੱਥੇ ਤਾਂ ਤੁਹਾਡੀ ਕੱਲ ਨੂੰ ਭੈਣ ਵੀ ਹੋ ਸਕਦੀ, ਮੇਰੀ ਭੈਣ ਵੀ ਹੋ ਸਕਦੀ, ਫਿਰ ਕਿਹਦਾ ਸਿਰ ਪਾੜੋਗੇ? ਮੈਂ ਇਹ ਨਹੀਂ ਕਹਿੰਦਾ ਕਿ ਜੇ ਤੁਸੀਂ ਇਸ ਭੈਣ ਦੀ ਹੈਲਪ ਕਰੋਗੇ ਤਾਂ ਤੁਹਾਡੀ ਭੈਣ ਨਾਲ ਕੁਝ ਗਲਤ ਨਹੀਂ ਹੋਏਗਾ, ਪਰ ਘੱਟੋ ਘੱਟ ਨਾ ਤੁਹਾਨੂੰ ਨਾ ਮਰਦਾਂ ਵਾਂਗੂ ਜੀਣ ਦਾ ਸਵਾਦ ਨਹੀਂ ਆਏਗਾ, ਮਰਦਾਂ ਵਾਂਗੂ ਜੀਓਗੇ। ਅੱਜ ਜੇ ਮੈਂ ਇਸ ਭੈਣ ਦੀ ਹੈਲਪ ਕਰ ਰਿਹਾ ਜਾਂ ਮੇਰੀ ਟੀਮ ਇਹਦੇ ਨਾਲ ਖੜੀ ਹੈ ਨਾ, ਉਹ ਇਸ ਕਰਕੇ ਨਹੀਂ ਖੜੀ ਕਿ ਸਾਡੀਆਂ ਭੈਣਾਂ ਵੀ ਸੇਫ ਰਹਿਣ, ਉਹ ਇਸ ਲਈ ਖੜੀ ਹੈ ਕਿ ਅਸੀਂ ਉਹ ਸਾਰੇ ਨਾ ਮਰਦਾਂ ਨਾਲੋਂ ਵਧੀਆ ਵਾਂ ਜਿਹੜੇ ਸਿਰਫ ਖੜ ਕੇ ਤਮਾਸ਼ਾ ਦੇਖਣ ਵਾਲੇ ਨੇ। ਮਰਦ ਕੱਲਾ ਗਾਣਿਆਂ 'ਚ ਕਹਿਣ ਨਾਲ ਜਾਂ ਆਪਣੇ ਆਪ ਨੂੰ ਥਾਪੀਆਂ ਮਾਰਨ ਨਾਲ, ਗਾਣਿਆਂ 'ਚ ਜਾਂ ਫੋਟੋਆਂ ਫੇਸਬੁੱਕ ਤੇ ਪਾਉਣ ਨਾਲ ਕੋਈ ਮਰਦ ਨਹੀਂ ਬਣ ਜਾਂਦਾ। ਮਰਦਾਂ ਵਾਲੇ ਕੰਮ ਨੇ ਜਿਹੜੇ ਬੰਦੇ ਦੀ ਸੋਚ ਤੋਂ ਪਤਾ ਲੱਗਦੇ ਨੇ। ਖੁੰਡੀਆਂ ਮੁੱਛਾਂ ਰੱਖਣ ਨਾਲ, ਐਨ ਮਤਲਬ ਆਪਣੇ ਆਪ ਨੂੰ ਵੱਡੇ ਵੈਲੀ ਕਹਾਣ ਨਾਲ ਕੋਈ ਮਰਦ ਨਹੀਂ ਬਣ ਜਾਂਦਾ। ਆ ਮਰਦਾਂ ਵਾਲੇ ਕੰਮ ਇਹ ਨੇ। ਰਾਤ ਨੂੰ 2, 2:30 ਵਜੇ 3 ਵਜੇ ਸਾਡੀ ਟੀਮ ਘਰੇ ਆਈ ਹੈ, ਔਰ ਤੁਸੀਂ ਯਕੀਨ ਮੰਨੋ ਇਸ ਭੈਣ ਦੀ ਹੈਲਪ ਕਰਨ ਲਈ ਮੇਰੇ ਕੋਲ ਕੋਈ ਵੇ ਆਊਟ ਨਹੀਂ ਸੀਗਾ। ਕਿਉਂ? ਕਿਉਂਕਿ ਨਾ ਇਹਨੂੰ ਰੱਖਣ ਲਈ ਮੇਰੇ ਕੋਲ ਜਗ੍ਹਾ, ਨਾ ਮੇਰੇ ਕੋਲ ਰਾਤ ਨੂੰ 2:30 ਵਜੇ ਕੋਈ ਫੀਮੇਲ ਟੀਮ ਮੈਂਬਰ ਸੀ ਇਹਨੂੰ ਮੈਨੇਜ ਕਰਨ ਲਈ। ਮੇਰੇ ਮਨ 'ਚ ਇੱਕੋ ਗੱਲ ਸੀ ਕਿ ਯਾਰ ਜੇ ਇਹਦੀ ਜਗ੍ਹਾ ਮੇਰੀ ਭੈਣ ਹੁੰਦੀ, ਕੱਲ ਨੂੰ ਮੈਂ ਮਰ ਜਾਵਾਂ, ਰੱਬ ਨਾ ਕਰੇ ਮੈਂ ਕਿਤੇ ਦੂਰ ਹੋਵਾਂ, ਮੇਰੀ ਭੈਣ ਨਾਲ ਇਦਾਂ ਦਾ ਕੁਝ ਹੁੰਦਾ ਹੋਵੇ, ਫਿਰ ਕੀ ਬੀਤੂਗੀ ਦਿਲ ਤੇ। ਮੈਂ ਕੱਲ ਵੀ ਵੀਡੀਓ 'ਚ ਰਾਤੀ, ਕੱਲ ਮੈਂ 2 ਵਜੇ ਵੀ ਲਾਈਵ ਹੋਇਆ ਸੀ, ਮੈਂ ਸਰਕਾਰ ਨੂੰ ਇੱਕ ਗੱਲ ਕਹੀ ਸੀ ਕਿ ਇੱਕ ਆਸ਼ਰਮ ਹਰ ਸ਼ਹਿਰ ਦੇ ਵਿੱਚ ਕੁੜੀਆਂ ਲਈ ਖੋਲ੍ਹਣੇ ਚਾਹੀਦੇ ਨੇ, ਕਿ ਕੱਲ ਨੂੰ ਜੇ ਕੋਈ ਕੁੜੀ ਪੇਕੇ ਲੜ ਕੇ ਆਪਣੇ ਚਲੇ ਜਾਂਦੀ ਹੈ ਰੋਡ ਤੇ ਉਹ ਆਪਣੇ ਘਰ ਜਾਣ ਜੋਗੀ ਵੀ ਨਹੀਂ ਰਹਿੰਦੀ, ਸਹੁਰਿਓਂ ਲੜ ਪਈ, ਪੇਕੇ ਜਾ ਨਹੀਂ ਸਕਦੀ, ਉਹ ਵਿਚਾਰੀ ਰਾਤ ਕਿੱਥੇ ਕੱਟੇ। ਇਹਦੇ ਨਾਲ ਇਹੀ ਹੋਇਆ, ਇਹਦੇ ਹਸਬੈਂਡ ਨਾਲ ਲੜਾਈ ਹੋਈ, ਘਰੋਂ ਕੱਢੀ ਗਈ, ਕਿੱਥੇ ਜਾਵੇ ਆਪਣਾ ਦੁੱਖ? ਜਾਂ ਇਹ ਸੁਸਾਈਡ ਕਰਦੀ, ਨਹਿਰ 'ਚ ਛਾਲ ਮਾਰਦੀ, ਫਿਰ ਵੱਡੀ ਵੱਡੀ ਹੈਡਲਾਈਨ ਬਣਦੀ ਕਿ ਯਾਰ ਇਹ ਲੋਕ ਬੇਵਕੂਫ ਨੇ ਜਿਹੜੇ ਸੁਸਾਈਡ ਕਰ ਲੈਂਦੇ ਨੇ, ਹਨਾ। ਫਿਰ ਮੇਰੇ ਵਰਗੇ ਬੰਦਿਆਂ ਨੇ ਲਾਈਵ ਹੋ ਕੇ ਰੌਲਾ ਪਾਣਾ ਸੀ ਕਿ ਇਹ ਕੋਈ ਬੰਦਿਆਂ ਵਾਲੇ ਕੰਮ ਨੇ ਸੁਸਾਈਡ ਕਰਨਾ। ਪਰ ਇੱਕ ਕੁੜੀ ਵਿਚਾਰੀ ਇਕੱਲੀ ਕੀ ਕਰੇ? ਕਿਉਂਕਿ ਪੇਕੇ ਘਰੋਂ ਚੱਲ ਕੇ ਸਹੁਰੇ ਘਰ ਚੱਲ ਗਈ, ਸਹੁਰੇ ਘਰ ਲੜਾਈ ਹੋ ਗਈ, ਉਹ ਪਿੱਛੋਂ ਸਹੁਰੇ ਘਰ ਨੇ ਕੱਢਤੀ ਜਾਂ ਹਸਬੈਂਡ ਨੇ ਕੱਢਤੀ ਘਰੋਂ, ਪੇਕੇ ਜਾਣ ਜੋਗੀ ਨਹੀਂ, ਸੁਸਾਈਡ ਕਰਨ ਜੋਗੀ ਨਹੀਂ, ਉਹ ਕਰੇ ਕੀ? ਕਮੈਂਟ ਕਰਕੇ ਇਦਾਂ ਦੀਆਂ ਭੈਣਾਂ ਨੂੰ ਸਲਾਹ ਤਾਂ ਦੇ ਦਿਓ ਕਿ ਇਦਾਂ ਕਰਿਆ ਕਰੋ। ਮੈਂ ਜਦੋਂ ਰਾਤ ਨੂੰ ਮੇਰੇ ਕੋਲ ਇਹ ਕੇਸ ਆਇਆ ਨਾ, ਮੈਨੂੰ ਬਿਲਕੁਲ ਨਹੀਂ ਪਤਾ ਸੀ ਕਿ ਇਹਨੂੰ ਮੈਂ ਟੈਕਲ ਕਿੱਦਾਂ ਕਰਾਂ, ਮੈਨੇਜ ਕਿੱਦਾਂ ਕਰਾਂ। ਰਾਤ ਨੂੰ ਜਦੋਂ ਅਸੀਂ ਇਹਦੀ ਹੈਲਪ ਲਈ ਤੁਰੇ, ਇਹ ਵਿਚਾਰੀ ਇੱਕੋ ਗੱਲ ਕਹੀ ਜਾਵੇ, ਭਈਆ ਮੈਂ ਬਦਲਣਾ ਚਾਹੁੰਦੀ ਹਾਂ, ਮੈਨੂੰ ਮੇਰੇ ਪਾਪਾ ਇੱਕ ਮੌਕਾ ਦੇ ਦੇਣ। ਔਰ ਮੈਨੂੰ ਇਹਦੀ ਸ਼ਕਲ ਦੇਖ ਕੇ ਇਹਨੂੰ ਛੱਡ ਕੇ ਜਾਣ ਦਾ ਦਿਲ ਹੀ ਨਾ ਕਰੇ। ਸ਼ਾਇਦ ਮੈਂ ਵੀ ਇਗਨੋਰ ਕਰਕੇ ਰਾਤੀ ਜਾ ਸਕਦਾ ਸੀਗਾ, ਮੈਨੂੰ ਫੋਨ ਆਇਆ, ਮੈਂ ਸੋ ਸਕਦਾ ਸੀਗਾ, ਪਰ ਮੈਂ ਸੋਚਿਆ ਕਿ ਯਾਰ ਹੁਣ ਮੇਰੇ ਕੰਨਾਂ 'ਚ ਇਹ ਗੱਲ ਪੈ ਗਈ, ਮੈਂ ਨਹੀਂ ਇਗਨੋਰ ਕਰ ਸਕਦਾ। ਇਹ ਭੈਣ ਠੀਕ ਹੋਣਾ ਚਾਹੁੰਦੀ ਹੈ। ਇਹਦੇ ਫਾਦਰ ਨੂੰ ਮੈਂ ਸਲਾਮ ਕਰਦਾ। ਇਹਦੇ ਫਾਦਰ ਸਾਹਿਬ ਨੇ ਮੈਨੂੰ ਦੱਸਿਆ ਕਿ ਹੁਣ ਜਦੋਂ ਪਿੱਛੇ ਮਹੀਨਾ ਪਹਿਲਾਂ ਇਹ ਘਰੋਂ ਗਈ ਸੀ, ਫਿਰ ਆਪਣੇ ਹਸਬੈਂਡ ਨਾਲ ਇਹਨਾਂ ਦੇ ਘਰੋਂ ਪੱਖੇ ਲਾ ਕੇ ਲੈ ਗਈ, ਕੋਈ ਗੋਲਡ ਚੱਕ ਕੇ ਲੈ ਗਈ, ਪਰ ਫਿਰ ਵੀ ਪਿਓ ਦਾ ਪਤਾ ਨਹੀਂ ਕਿੱਦਾਂ ਦਾ ਦਿਲ ਹੈ, ਫਿਰ ਆ ਗਿਆ ਅੱਜ। ਹਾਲਾਂਕਿ ਤੁਸੀਂ ਆਪਣੇ ਪਾਪਾ ਦੇ ਘਰੋਂ ਚੋਰੀ ਕਰਕੇ ਗਏ ਸੀ? ਤੁਸੀਂ ਮੰਨਦੇ ਹੋ ਬੇਟਾ ਕਿ ਤੁਸੀਂ ਗਲਤ ਕੀਤਾ ਆਪਣੀ ਫੈमिली ਨਾਲ? बिल्कुल, बहुत ज़्यादा गलत किया। ਤੁਸੀਂ उन कितने लोगों को परेशान करने की वजह से ही शायद आज मैं यहाँ बैठी हूँ। उन लोगों ने तो हर बार मुझे रोका, बट मैंने उस टाइम ध्यान नहीं दिया। 1.5 महीना रोड पे रह के पता लगा
एक एक करके जब बातें याद आई माँ बाप की, तो एहसास हुआ कि मैं वाकई में बहुत ज़्यादा गलत थी। अब और छोटी बहनें जो आपकी क्योंकि आधी दुनिया ये चीज़ में होती है कि जब प्यार हो गया, लव मैरिज कर ली। लव मैरिज करना गलत नहीं है, बट सिर्फ प्यार को दिमाग में रखना, काम ना सोचना। अगर आपका हस्बैंड अच्छा ਕੀ ਕੰਮ ਕਰਦਾ ਸੀ ਅੰਕਲ ਉਦੋਂ ਪਤਾ ਨਹੀਂ ਕਰਨਾ, ਮੈਂ ਜੌਬ ਕਰਦਾ ਜੀ। ਅੱਛਾ, ਤੇ ਆਪਾਂ ਉਦੋਂ ਤੁਹਾਨੂੰ ਕੀ ਲੱਗਿਆ ਸੀ ਮੁੰਡਾ ਕਿਉਂ ਨਹੀਂ ਸਹੀ ਲੱਗਿਆ ਸੀ? ਮੁੰਡਾ ਮੈਨੂੰ ਸ਼ੁਰੂ ਤੋਂ ਪਸੰਦ ਨਹੀਂ ਜੀ, ਪਸੰਦ ਨਹੀਂ ਸੀ ਕਿਉਂਕਿ ਉਹ ਫੁਕਰਪੰਤੀ, ਫੁਕਰਪੰਤੀ, ਮਤਲਬ ਉਹਦੀ ਕੋਈ ਮੈਚੁਰਪਨ ਨਹੀਂ ਹੈ। ਮੈਚੁਰਪਨ ਨਹੀਂ ਸੀ, ਤੁਹਾਨੂੰ ਲੱਗਿਆ ਸੀਗਾ ਕਿ ਮੇਰੀ ਬੇਟੀ ਦੀ ਜ਼ਿੰਦਗੀ ਖਰਾਬ ਕਰੇਗਾ। ਹਾਂ, ਖਰਾਬ ਕਰ। ਔਰ ਇਹ ਸੱਚ ਹੋ ਗਿਆ। ਔਰ ਕਿਉਂਕਿ ਉਹਨੇ ਇੱਕ ਦਿਨ ਕਾਫੀ ਸਾਲ ਪਹਿਲਾਂ ਉਹਨੇ ਸਾਨੂੰ ਚੈਲੰਜ ਕੀਤਾ ਸੀਗਾ ਵੀ ਮੈਂ ਤੁਹਾਡੀ ਕੁੜੀ ਦੀ ਜ਼ਿੰਦਗੀ ਖਰਾਬ ਕਰਨੀ। ओए होए होए होए। ਇਹਨੇ ਫਿਰ ਉਹ ਮੂਰਖ ਬਣ ਕੇ ਉਹਦੇ ਕੋਲ ਗਈ। जब आपको पता था आपके पापा को ये बात बोली है उसने, आपने फिर भी उन्हें मतलब एक कुड़ी ਨੂੰ ਇੱਕ ਉਹਦਾ ਹਸਬੈਂਡ ਜਾਂ ਪਾਰਟਨਰ ਇਹ ਕਹਿ ਰਿਹਾ ਕਿ ਮੈਂ ਤੇਰੀ ਜ਼ਿੰਦਗੀ ਖਤਮ ਕਰ ਦੂੰਗਾ, ਫਿਰ ਵੀ ਉਹ ਕੁੜੀ ਉਹਦੇ ਨਾਲ ਵਿਆਹ ਕਰਾ ਰਹੀ ਹੈ। ਇਹ ਵਾਕਈ ਮੱਤ ਮਾਰੀ ਜਾਂਦੀ ਹੈ, ਕਿਸੇ ਦੀ ਵੀ ਮੱਤ ਮਾਰੀ ਜਾ ਸਕਦੀ ਹੈ। ਔਰ ਫਾਦਰ ਹੈ ਜਿਹੜਾ ਵਿਚਾਰਾ 13 ਸਾਲ ਦੀਆਂ, ਪਿਓ ਉਹਨਾਂ ਦੇ ਸਾਰੇ ਜੀ ਰਿਹਾ। ਤੁਹਾਡਾ ਕਦੀ ਦਿਲ ਨਹੀਂ ਕੀਤਾ ਅੰਕਲ ਕੀ ਫਾਇਦਾ ਹੋਇਆ ਬੱਚਿਆਂ ਦਾ ਕਿ ਮੈਂ ਪਰ ਜਦ ਤੱਕ ਕੱਟ ਰਹੀ ਹੈ ਜੀ, ਬਸ ਛੋਟੀ ਕੁੜੀ ਦੀ ਜ਼ਿੰਮੇਵਾਰੀ ਦਿੱਤੀ ਖੁਦਾ ਨੇ, ਉਹ ਨਿਭਾਣੀ ਆ ਬਸ। ਵਾਹਿਗੁਰੂ, ਜੇ ਉਹ ਨਾ ਹੁੰਦੀਆਂ ਤਾਂ ਕੋਸ਼ਿਸ਼ ਕੀਤੀ ਸੁਸਾਈਡ ਕਰਨ ਦੀ? ਅਗੜੇ ਕੱਟ ਮਾਰੇ ਹੱਥ ਤੇ ਕਿਉਂ ਮਾਰੇ ਸੀ? ਇਹ ਕਬ ਕੇ ਆ? ਜੀ ਅਗਰ ਮੈਂ ਸੋਚਦਾ ਵੀ ਮੈਂ ਸੁਸਾਈਡ ਕਰਨਾ ਹੈ, ਤੁਸੀਂ ਸੁਸਾਈਡ ਮੇਰੇ ਬੱਚਿਆਂ ਦਾ ਕੀ ਬਣੂਗਾ? ਕੀ ਬਣੂਗਾ? ਸੁਸਾਈਡ ਕੋਈ ਹੱਲ ਨਹੀਂ ਹੈ, ਹੱਲ ਨਹੀਂ ਹੈ ਕੋਈ। ਉਹ ਤਾਂ ਜਿਹੜੇ ਮੈਨੂੰ ਲੱਗਦਾ ਅੰਕਲ ਜਿਹੜੇ ਕਰਮ ਅਸੀਂ ਭੁਗਤਨੇ ਨੇ ਨਾ, ਜਾਂ ਤੁਸੀਂ ਚਲੋ ਮੈਂ ਕਹਿਣਾ ਨਹੀਂ ਚਾਹੀਦਾ, ਤੁਸੀਂ ਅੱਜ ਸਫਰ ਕਰ ਰਹੇ ਹੋ ਕਿਉਂਕਿ ਆਪਣੀ ਔਲਾਦ ਜੇ ਦੁਖੀ ਹੈ ਤਾਂ ਮਾਪੇ ਦਾ ਉਹ ਕਰਮ ਭੁਗਤਣਾ ਹੀ ਹੈ। ਹਾਂਜੀ, ਪਿਓ ਕਦੀ ਵੀ ਰਾਤ ਚੰਗੀ ਨਹੀਂ ਕੱਟ ਸਕਦਾ ਜੇ ਉਹਦੇ ਬੱਚੇ ਦੁਖੀ ਨੇ। ਦੁਖੀ ਹੈ ਹਨਾ। ਕੱਲ ਰਾਤ ਜਦੋਂ ਤੁਹਾਡੀ ਅੰਕਲ ਕਹਿੰਦੇ ਮੇਰੇ ਕੋਲ ਵੀ ਰਾਤ ਨੀਂਦ ਨਹੀਂ ਆਈ ਜਦੋਂ ਮੈਨੂੰ ਅੱਜ ਪਤਾ ਲੱਗਿਆ ਕਿ ਮੇਰੀ ਬੱਚੀ 1.5 ਮਹੀਨੇ ਤੋਂ ਰੋੜਾਂ ਤੇ ਸੋ ਰਹੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ 1.5 ਮਹੀਨੇ ਤੋਂ ਕਿੱਥੇ ਆ। ਉਹਨਾਂ ਨੇ ਘਰੋਂ ਬੇਦਖਲ ਕਰਤੀ। ਓਬਵੀਅਸਲੀ ਗੱਲ ਹੈ, ਬੇਟੀ ਗੱਲ ਨਹੀਂ ਸੁਣ ਰਹੀ, ਘਰੋਂ ਚੋਰੀਆਂ ਕਰ ਰਹੀ ਹੈ, ਨਸ਼ੇ ਕਰ ਰਹੀ ਹੈ, ਤਾਂ ਪਿਓ ਕੀ ਕਰੇ? ਪਰ ਮੈਂ ਫਿਰ ਵੀ ਅੰਕਲ ਦੇ ਮੂੰਹ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ 'ਚ ਇਹ ਗੱਲ ਕਹਿਣਾ ਚਾਹੁੰਦਾ ਕਿ ਬੱਚੇ ਗੰਦੇ ਨਿਕਲ ਗਏ, ਮਾਪੇ ਦੇ ਕਰਮ ਨੇ। ਉੱਤੋਂ ਬੱਚੇ ਗਲਤ ਕਰ ਰਹੇ ਨੇ, ਉਹ ਬੱਚਿਆਂ ਦੇ ਕਰਮ ਸ਼ੁਰੂ ਹੋ ਰਹੇ ਨੇ। ਪਰ ਕਿਸੇ ਵੀ ਕੰਡੀਸ਼ਨ ਤੇ ਸਿਚੁਏਸ਼ਨ ਤੇ ਆਪਣੇ ਬੱਚਿਆਂ ਨੂੰ ਇਹਦਾ ਛੱਡੋ ਨਾ। ਕੋਈ ਬੱਚਾ ਗਲਤ ਕਰਦਾ ਹੈ ਉਹਦਾ ਸਾਥ ਨਾ ਛੱਡੋ। ਪਰ ਹਾਂ, ਕੱਲ ਨੂੰ ਜਦੋਂ ਕੋਈ ਪਿਓ ਬਣਦਾ ਉਦੋਂ ਹੀ ਅਹਿਸਾਸ ਹੁੰਦਾ ਕਿ ਮੇਰੇ ਵਰਗਾ ਤਾਂ ਗੱਲਾਂ ਹੀ ਕਰ ਸਕਦਾ ਮਾਈਕ ਮੋਰੇ ਬਹਿ ਕੇ, ਪਰ ਇਹ ਭੈਣ 1.5 ਮਹੀਨਿਆਂ ਤੋਂ ਰੋੜਾਂ ਤੇ ਧੱਕੇ ਖਾ ਰਹੀ ਹੈ। ਔਰ ਪਤਾ ਨਹੀਂ ਇਹਦੇ ਨਾਲ ਕੀ ਹੋਇਆ ਹੋਣਾ ਜਾਂ ਕੱਲ ਕੀ ਹੁੰਦਾ ਬਚ ਗਿਆ, ਇਹ ਪਰਮਾਤਮਾ ਜਾਣਦੇ ਨੇ। ਮੈਂ ਹੋਰ ਯੂਥ ਨੂੰ ਇਸ ਵੀਡੀਓ ਤੋਂ ਸੀਖ ਲੈਣ ਦੀ ਕਹੂੰਗਾ ਕਿ ਕੋਸ਼ਿਸ਼ ਕਰਿਓ, ਸਿੱਖਿਓ ਇਸ ਚੀਜ਼ ਤੋਂ। ਇਹ ਭੈਣ ਆਪਣੀ ਹੱਡਬੀਤੀ ਜ਼ਿੰਦਗੀ ਦੀ ਇੱਕ ਤੁਹਾਨੂੰ ਨਿਚੋੜ ਦੱਸ ਰਹੀ ਹੈ, ਇੱਕ ਪਿਓ ਦੱਸ ਰਿਹਾ। ਔਰ ਕਿਤੇ ਨਾ ਕਿਤੇ ਸ਼ਾਇਦ ਇਹੀ ਕਾਰਨ ਹੈ ਕਿ ਅੱਜ ਵੀ ਪਿਓ ਜਿਹੜਾ ਧੀ ਜੰਮਣ ਤੋਂ ਸੋਚਦੇ ਨੇ ਕਿ ਹਾਂ ਬਈ, ਪਰ ਮੁੰਡੇ ਨਾਲ ਕਿਹੜਾ ਗੁਲ ਖਿਲਾਤਾ। ਜੇ ਧੀ ਜੰਮਣ ਨੂੰ ਸੋਚਦੇ ਨੇ ਤਾਂ ਮੁੰਡਾ ਵੀ ਸਿਰਾ ਹੀ ਹੈ। ਮੁੰਡਾ ਵੀ 3 ਸਾਲਾਂ ਤੋਂ ਘਰ ਨਹੀਂ ਆ ਰਿਹਾ। ਹੁਣ ਆਪਾਂ ਕੀ ਚਾਹੁੰਦੇ ਆ ਭੈਣੇ? नहीं, अब मैं सुधरना चाहती हूँ। अपनी मर्जी बहुत कर ली, अपनी मर्जी कर करके ही आज यहाँ रोड पे हूँ, इसलिए अब अपनी मर्जी नहीं कर रही। ਮੈਂ ਨਾ ਇੱਕ ਬੇਨਤੀ ਕਰਨਾ ਚਾਹੁੰਦਾ ਇਸ ਵੀਡੀਓ ਰਾਹੀਂ। ਮੇਰੇ ਕੋਲ ਨਾ ਸਾਡੇ ਟੀਮ ਮੈਂਬਰ ਨੇ, ਇੱਕ ਭੈਣਾ ਟੀਮ ਮੈਂਬਰ ਨੇ, ਬਲਜਿੰਦਰ ਭੈਣ ਹੈ ਸਾਡੇ ਕੋਲ। ਭੈਣ ਨੂੰ ਆਉਂਦੇ ਸਾਲ ਕੁ ਹੋ ਚੁੱਕਾ ਹੈ। ਰੋਜ਼ ਮਤਲਬ 365 ਦਿਨਾਂ ਚ 364 ਦਿਨ ਦੀ ਇਹਨਾਂ ਦੀ ਪ੍ਰੈਜ਼ੈਂਟ ਹੈ। ਇੱਕ ਦਿਨ ਛੁੱਟੀ ਹੋਏਗੀ, ਕਿਤੇ ਕੋਈ ਜ਼ਰੂਰੀ ਕੰਮ ਪੈ ਗਿਆ। ਉਹ ਵਿਚਾਰੀ ਰੋਜ਼ ਕਹਿੰਦੀ ਹੈ ਕਿ ਭੈਣੇ ਮੈਂ ਵੀਰੇ ਮੈਂ ਇੱਥੇ ਰੋਜ਼ ਆ ਕੇ ਬਹਿ ਜਾਂਦੀ ਹਾਂ। ਕੋਈ ਵਿਚਾਰੀ ਭੈਣ ਵਿਚਾਰੀ ਦੁਖੀ ਹੈ ਯਾਰ, ਪਲੀਜ਼ ਮੈਨੂੰ ਆ ਕੇ ਮਿਲੇ। ਮੈਂ ਓਪਨ ਇਨਵੀਟੇਸ਼ਨ ਐਦਾਂ ਦੀਆਂ ਭੈਣਾਂ ਨੂੰ ਖਾਸ ਕਰ ਲੁਧਿਆਣੇ ਸ਼ਹਿਰ ਚੋਂ ਦੇਣਾ ਚਾਹੁੰਦਾ। ਕੋਈ ਵੀ ਤੁਹਾਨੂੰ ਮੈਂਟਲੀ ਪ੍ਰੋਬਲਮ ਹੈ, ਤੁਹਾਡੇ ਨਾਲ ਕੋਈ ਮੈਂਟਲੀ ਤੁਸੀਂ ਹਰਾਸ ਹੋ ਰਹੇ ਹੋ, ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ। ਇੱਕ ਵਾਰੀ ਸਾਨੂੰ ਆ ਕੇ ਮਿਲੋ, ਸ਼ਾਇਦ ਅਸੀਂ ਤੁਹਾਡੀ ਜ਼ਿੰਦਗੀ ਬਚਾਉਣ ਦੇ ਵਿੱਚ ਇੱਕ ਕੋਸ਼ਿਸ਼ ਕਰ ਸਕੀਏ। ਹੋਣਾ ਤਾਂ ਉਹੀ ਹੈ ਜੋ ਗੁਰਸਾਹਿਬ ਨੇ ਚਾਹਣਾ, ਪਰ ਆਹ ਕਿਸੇ ਚੀਜ਼ ਦਾ ਹੱਲ ਨਹੀਂ। ਇੰਜੈਕਸ਼ਨ ਲਾਣੇ, ਰੋਡਾਂ ਤੇ ਰਾਤ ਨੂੰ ਸੋਣਾ। ਮੈਨੂੰ ਹੋ ਸਕਦਾ ਕਿ ਸ਼ਾਇਦ ਇਹਨੂੰ ਨਸ਼ੇ ਦੀ ਲੱਤ ਇੰਨੀ ਬੁਰੀ ਤਰ੍ਹਾਂ ਪਾ ਦਿੱਤੀ ਜਾ ਸਕਦੀ ਸੀਗੀ ਕਿ ਮੁੰਡੇ ਨੂੰ ਨਸ਼ਾ ਦੇ ਕੇ ਕੱਲ ਨੂੰ ਇਹਦੇ ਨਾਲ ਕੋਈ ਵੀ ਗਲਤ ਕੰਮ ਕਰ ਸਕਦੇ ਸੀ, ਜੋ ਮੈਨੂੰ ਕੱਲ ਆਪਣੀ ਅੱਖਾਂ ਨਾਲ ਦਿਖ ਰਿਹਾ ਸੀ। ਕਿਉਂਕਿ ਕੱਲ ਦੀ ਜੋ ਰਾਤ ਦੀ ਸਿਚੁਏਸ਼ਨ ਹੈ ਮੈਂ ਤੁਹਾਨੂੰ ਹੁਣ ਇਮੇਜਿਨ ਨਹੀਂ ਕਰਾ ਸਕਦਾ। ਮੈਂ ਤੁਹਾਨੂੰ ਵੀਡੀਓ ਦਿਖਾ ਦੇਣਾ ਰਾਤ ਦੀ 2:30 ਵਜੇ ਦੀ। ਮੈਂ ਬਸ ਉਹ ਪ੍ਰਮਾਤਮਾ ਹੀ ਜਾਣਦਾ ਕਿ ਰਾਤ ਨੂੰ ਜਦੋਂ ਅਸੀਂ ਥਾਣੇ ਗਏ ਆ ਜਾਂ ਰਾਤ ਦੀ ਕੱਲ ਦੀ ਵੀਡੀਓ ਹੈ, ਮਤਲਬ ਟਾਰਚ ਦੀ ਆ ਰਾਤ ਦੀ ਵੀਡੀਓ ਹੈ ਜਿੱਥੇ ਸਿਰਫ ਪੂਰਾ ਹਨੇਰਾ ਹੀ ਹਨੇਰਾ ਸੀਗਾ, ਕੁਝ ਨਹੀਂ ਨਜ਼ਰ ਆ ਰਿਹਾ ਸੀਗਾ ਤੇ ਹਾਲਾਤ ਬਹੁਤ ਜ਼ਿਆਦਾ ਖਰਾਬ ਸੀਗੇ। ਤੇ ਸਾਡੀ ਟੀਮ ਧੰਨ ਹੈ, ਸਚਿਨ ਭਾਜੀ। ਆ ਰਾਤ ਦੀ ਵੀਡੀਓ ਹੈ, ਇਹਦੇ ਆਲੇ ਦੁਆਲੇ 4-5 ਮੁੰਡੇ। ਮੈਂ ਤੁਹਾਨੂੰ ਮੁੰਡਿਆਂ ਦੇ ਵੀ ਹਾਲਾਤ ਦਿਖਾ ਦਿੰਦਾ ਜਿਹੜੇ ਸਿਚੁਏਸ਼ਨ ਦੇ ਵਿੱਚੋਂ ਗੁਜ਼ਰ ਰਹੇ ਸੀਗੇ। ਐਡੇ ਇੱਕ ਗਲਤ ਸਿਚੁਏਸ਼ਨ ਦੇ ਵਿੱਚ ਇਹ ਭੈਣ ਬੈਠੀ ਸੀਗੀ। ਪਰ ਚਲੋ ਅੰਕਲ, ਹੁਣ ਜੇ ਭੈਣ ਠੀਕ ਹੋ ਜਾਂਦੀ ਹੈ, ਹੁਣ ਆਪਾਂ ਜਿਵੇਂ ਨੂੰ ਸੈਂਟਰ ਭੇਜਾਂਗੇ ਕਪੂਰਥਲੇ, ਉਹ ਸਰਕਾਰ ਵੱਲੋਂ ਫ੍ਰੀ ਹੈ, ਉੱਥੇ ਭੇਜਣ ਦੀ ਕੋਸ਼ਿਸ਼ ਕਰਾਂਗੇ। ਜੇ ਭੈਣ ਸੱਚੀ ਜੀ ਬਦਲਦੀ ਹੈ ਤਾਂ ਤੁਸੀਂ ਹੁਣ ਇਹਨੂੰ ਅਪਣਾਓਗੇ? ਬਿਲਕੁਲ ਪੱਕਾ। ਹਾਂਜੀ। ਪਰ ਇਹ ਮੇਰਾ ਵਾਅਦਾ ਹੈ ਕਿ ਜਿਹਨੇ ਆ ਕੇ ਦੁਬਾਰਾ ਹੁਣ ਨਸ਼ੇ ਦੀ ਜ਼ਿੰਦਗੀ ਚੂਜ਼ ਕੀਤੀ ਤਾਂ ਫਿਰ ਆਪਣਾ ਰਿਸ਼ਤਾ ਹੈ। ਜੇ ਇਹਦਾ ਹਸਬੈਂਡ ਕਹਿਣ ਨੂੰ ਤਾਂ ਉਹਦਾ ਤਲਾਕ ਹੋਇਆ, ਇਹ ਫੇਰ ਬਾਰ-ਬਾਰ ਉਹਦੇ ਕੋਲ ਜਾਂਦੀ ਹੈ। ਭੈਣੇ ਹੁਣ ਇੱਕ ਵਾਰੀ ਤਾਂ ਅਸੀਂ ਵੀ ਤੁਹਾਡੀ ਹੈਲਪ ਕਰ ਸਕਦੇ ਹਾਂ, ਦੂਜੀ ਵਾਰੀ ਅਸੀਂ ਨਹੀਂ ਕਰਾਂਗੇ। ਮੈਂ ਵੀ ਲਾਸਟ ਚਾਂਸ ਦਿਆ ਭਾਜੀ, ਲਾਸਟ ਚਾਂਸ ਹੈ। ਹਾਂਜੀ, ਮੈਂ ਵੀ ਲਾਸਟ ਚਾਂਸ ਦਿਆ ਭਾਜੀ। ਬਸ ਠੀਕ ਹੈ, ਮੈਂ ਤੁਹਾਡੇ ਨਾਲ ਔਨ ਕੈਮਰਾ ਵਾਅਦਾ ਕਰਦਾ 25 ਕਿ 30 ਵਾਰ ਨੂੰ ਮੈਂ ਚਾਂਸ ਦੇ ਦੂੰਗੀ। 25 ਤੋਂ 30 ਵਾਹਿਗੁਰੂ, ਵਾਰ। ਫਿਰ ਵੀ ਤੁਹਾਡਾ ਜਿਗਰ ਅੱਜ ਫਿਰ ਬੈਠੇ ਹੋ। ਹਾਂਜੀ, ਹੁਣ ਆਪਣੇ ਕੋਲ ਲਾਸਟ ਚਾਂਸ ਹੈ ਤੇ ਆਪਾਂ ਪਰਮਾਤਮਾ ਤੋਂ ਡਰ ਕੇ ਅੱਜ ਤੋਂ ਬਾਅਦ ਕੋਈ ਗਲਤ ਕੰਮ ਨਹੀਂ ਕਰਨਾ, ਕੋਈ ਨਸ਼ਾ ਨਹੀਂ ਕਰਨਾ।
ਜੇ ਹਸਬੈਂਡ ਨਾਲ ਤੁਹਾਡੇ ਰਿਟਰਨ ਤਲਾਕ ਹੋ ਚੁੱਕਾ ਹੈ ਤਾਂ ਉਹਨੂੰ ਛੱਡੋ, ਆਪਣਾ ਜੌਬ ਕਰੋ, ਤੁਹਾਡੀ ਅਸੀਂ ਹੈਲਪ ਕਰਾਂਗੇ। ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਅਸੀਂ ਉਹਦੇ ਵਿੱਚ ਤੁਹਾਡੀ ਹੈਲਪ ਕਰਾਂਗੇ। ਬਾਕੀ ਤੁਹਾਡੇ ਫਾਦਰ ਯਾਰ ਇੰਨੇ ਵਧੀਆ ਬੰਦੇ ਨੇ ਬੇਟਾ, ਆਪਾਂ ਕੱਲ ਨੂੰ ਤੁਸੀਂ ਵੀ ਮਦਰ ਬਣਨਾ ਹੈ, ਜ਼ਿੰਦਗੀ ਜੀਣੀ ਹੈ ਅੱਗੇ, ਤਾਂ ਆਪਾਂ ਇਹ ਸਿੱਖਿਆ ਨਹੀਂ ਦੇਣੀ ਕਿ ਕੱਲ ਨੂੰ ਕੋਈ ਪਿਓ ਕੁੱਖ ਦੇ ਵਿੱਚ ਕੁੜੀ ਮਾਰੇ ਇਹ ਕਾਰਨ ਦੇ ਕੇ ਕਿ ਗੁੰਜਨ ਵੀ ਇਦਾਂ ਦੀ ਨਿਕਲੀ। ਹੁਣ ਮੇਰੇ ਨਾਲ ਵਾਦਾ। ਵੈਸੇ ਯਾਰ ਮੈਂ ਇਹਦੇ ਮੂੰਹ ਤੇ ਚਲੋ ਇਹ ਗੱਲ ਕਹਿ ਰਿਹਾ, ਮੈਂ ਬਹੁਤ ਕੇਸ ਦੇਖੇ ਨੇ ਨਸ਼ਿਆਂ ਵਾਲੇ, ਪਰ ਇਹ ਭੈਣ ਵਿਚਾਰੀ ਆਪ ਇਸ ਦੁਨੀਆ ਚੋਂ ਨਿਕਲਣਾ ਚਾਹੁੰਦੀ ਹੈ ਤੇ ਸ਼ਾਇਦ ਤਾਂ ਹੀ ਮੈਂ ਰਾਤ ਨੂੰ 3 ਵਜੇ ਇਹਦੀ ਹੈਲਪ ਲਈ ਤੁਰਿਆ ਫਿਰਦਾ ਸੀ। ਅਗਰ ਮੈਨੂੰ ਲੱਗਦਾ ਕਿ ਇਹ ਨਹੀਂ ਚਾਹੁੰਦੀ ਤਾਂ ਸ਼ਾਇਦ ਅਸੀਂ ਵੀ ਇੰਨਾ ਐਫਰਟ ਨਾ ਕਰਦੇ। ਮੈਂ ਇਦਾਂ ਦੀਆਂ ਹੋਰ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਔਰ ਸਮਾਜ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜ਼ਰੂਰੀ ਨਹੀਂ ਤੁਸੀਂ ਉਦੋਂ ਹੀ ਉੱਠੋ ਜਦੋਂ ਤੁਹਾਡੇ ਘਰ ਦੀ ਧੀ ਭੈਣ ਨਾਲ ਇਦਾਂ ਹੋਵੇ। ਪਹਿਲਾਂ ਉੱਠ ਜਾਓ, ਹੈਲਪ ਕਰੋ ਜਿੰਨਾ ਹੋ ਸਕਦਾ। ਸਮਾਜ 'ਚ ਪ੍ਰੋਬਲਮਸ ਤਾਂ ਬਹੁਤ ਨੇ ਯਾਰ, ਗਿਣਤੀ ਕਰਨ ਤੇ ਆ ਜਾਓ ਤਾਂ ਲੱਖਾਂ ਹੀ ਨੇ। ਆਪਾਂ ਕਿੰਨੇ ਕੁ ਦੀ ਹੈਲਪ ਕਰ ਰਹੇ ਹਾਂ, ਆਪਾਂ ਕੀ ਕਰ ਰਹੇ ਹਾਂ, ਆਪਣੇ ਆਪ ਤੋਂ ਸਵਾਲ ਪੁੱਛੀਏ। ਆਪਾਂ ਸਾਰੇ ਕਹਿੰਦੇ ਆ ਦੁਨੀਆ ਮਤਲਬ ਦੀ ਹੈ, ਦੁਨੀਆ ਕੋਈ ਕਿਸੇ ਦੀ ਹੈਲਪ ਨਹੀਂ ਕਰਦਾ, ਸਾਰੇ ਐਂ ਹੀ ਤੁਰੇ ਫਿਰਦੇ ਨੇ। ਆਪਾਂ ਕੀ ਆ ਫਿਰ ਆਪਾਂ ਵੀ ਉਸੇ ਦੁਨੀਆ ਦਾ ਹਿੱਸਾ ਹੀ ਆ। ਹੁਣ ਅਸੀਂ ਰੋਜ਼ ਸ਼ਾਮ ਨੂੰ ਇੱਥੇ ਬੈਠਦੇ ਹਾਂ, ਸਾਨੂੰ ਵੀ ਪਤਾ ਹੈ ਕਿ ਖੂਨ ਚਿੱਟੇ ਹੋ ਚੁੱਕੇ ਨੇ, ਕੋਈ ਕਿਸੇ ਦੀ ਮਦਦ ਨਹੀਂ ਕਰਦਾ, ਪਰ ਫਿਰ ਵੀ ਆਪਣੀ ਡਿਊਟੀ ਨਿਭਾ ਰਹੇ ਹਾਂ ਨਾ ਅਸੀਂ। 8 ਸਾਲ ਹੋ ਚੁੱਕੇ ਨੇ। ਆ ਇੰਨੇ ਮਰੀਜ਼ ਇੱਥੇ ਬੈਠੇ ਨੇ, ਤੁਸੀਂ ਆ ਦੇਖੋ ਕੈਮਰੇ 'ਚ, ਇੰਨੇ ਮਰੀਜ਼ ਬੈਠੇ ਨੇ, ਰੋਜ਼ ਆਉਂਦੇ ਨੇ। ਗੁਰਸਾਹਿਬ ਦੀ ਕਿਰਪਾ ਨਾਲ ਪਿੱਛੇ ਡੋਨਰ ਵੀ ਪੂਰੇ ਬੈਠੇ ਨੇ, ਡੋਨਰ ਡੋਨੇਸ਼ਨ ਕਰਨ ਆ ਰਹੇ ਨੇ, ਮਰੀਜ਼ ਹੈਲਪ ਲੈਣ ਆ ਰਹੇ ਨੇ। ਅਸੀਂ ਆਪਣਾ ਕਰਮ ਕਰ ਰਹੇ ਹਾਂ, ਤਾਂ ਤੁਸੀਂ ਵੀ ਸਾਰੇ ਆਪਣਾ ਕਰਮ ਨਿਭਾਓ। ਐਦਾਂ ਦੀ ਜੇ ਭੈਣਾਂ ਕਿਤੇ ਸਮਾਜ 'ਚ ਦੇਖਦੇ ਹੋ ਜਿਹਦੇ ਨਾਲ ਧੱਕਾ ਹੋ ਰਿਹਾ ਹੈ, ਔਰ ਮੈਂ ਐਦਾਂ ਦੀਆਂ ਭੈਣਾਂ ਨੂੰ, ਵੀਡੀਓ ਦੇਖਣ ਵਾਲੇ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਕਿਸੇ ਮੈਂਟਲੀ ਕੇਸ ਦੇ ਹਰਾਸਮੈਂਟ 'ਚੋਂ ਤੁਸੀਂ, ਕੋਈ ਮੈਂਟਲੀ ਪ੍ਰੈਸ਼ਰ ਹੈ, ਕੋਈ ਫੈਮਿਲੀ ਪ੍ਰੈਸ਼ਰ ਹੈ, ਪਲੀਜ਼ ਆਪਣੇ ਆਲੇ ਦੁਆਲੇ ਦੋਸਤੀ ਮੈਂ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਨਸ਼ਾ ਛੱਡਣ ਦੀ ਅੱਜ ਤੱਕ ਕੋਈ ਦਵਾਈ ਨਹੀਂ ਬਣੀ। ਚਿੱਟਾ ਛੱਡਣ ਦੀ ਦੁਨੀਆ ਦੇ ਵਿੱਚ ਕੋਈ ਦਵਾਈ ਨਹੀਂ, ਇੱਕੋ ਦਵਾਈ ਹੈ, ਉਹ ਹੈ ਗਾਈਡੈਂਸ ਤੇ ਉਹ ਹੈ ਇੱਕ ਦੂਜੇ ਨਾਲ ਗੱਲਬਾਤ ਕਰਨੀ। ਅੱਜ ਤੱਕ ਓਵਰਡੋਜ਼ ਦੇ ਚਿੱਟੇ ਨਾਲ ਹਮੇਸ਼ਾ ਲੋਕ ਮਰੇ ਨੇ, ਚਿੱਟੇ ਦੀ ਤੋੜ ਨਾਲ ਕੋਈ ਨਹੀਂ ਮਰਿਆ। ਜੇ ਮੈਂ ਕਹਾਂ ਕਿ ਕੋਈ ਬੰਦਾ ਚਿੱਟਾ ਲਾ ਰਿਹਾ, ਉਹਨੇ 2 ਦਿਨ ਛੱਡਤਾ, ਉਹ ਮਰਦਾ ਨਹੀਂ। ਉਵੇਂ ਹੀ ਇਹ ਭੈਣ ਇਹ ਜ਼ਿੰਦਗੀ 'ਚ ਜਿਹੜੀ ਬਾਹਰ ਆ ਰਹੀ ਹੈ, ਕਿਉਂਕਿ ਕੱਲ ਜਿਹੜੀ ਜ਼ਿੰਦਗੀ 'ਚ ਇਹਦੀ ਐਂਟਰੈਂਸ ਹੋਣ ਲੱਗੀ ਸੀ, ਕਿਉਂਕਿ ਇਹਨੂੰ ਆਦਤ ਦੇ ਵਿੱਚ ਸਾਡੇ ਛੋਟੀਆਂ ਬੱਚੀਆਂ ਨਹੀਂ ਸੇਫ, ਤੇ ਇਹ ਭੈਣ ਕੱਲੀ ਪਾਰਕ ਦੇ ਵਿੱਚ ਕਿੰਨੀ ਅੱਖਾਂ ਨੇ ਇਹਨੂੰ ਦੇਖਿਆ, ਸਾਰੇ ਨਾ ਮਰਦ ਲੰਘ ਰਹੇ ਸੀ ਕੋਲੋਂ, ਇੱਕ ਔਰਤ ਨਹੀਂ ਔਰਤ ਦਾ ਦਰਦ ਸਮਝ ਪਾ ਰਹੀ। ਅੱਜ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਕੁੜੀਆਂ ਹੀ ਕੁੜੀਆਂ ਦੀ ਦੁਸ਼ਮਣ ਬਣੀਆਂ ਹੋਈਆਂ। ਮੈਨੂੰ ਲੱਗਦਾ ਸੀਗਾ ਕਿ ਇੱਕ ਕੁੜੀ ਵਧੀਆ ਤਰੀਕੇ ਨਾਲ ਫੀਲ ਕਰ ਸਕਦੀ ਹੈ ਕਿ ਇੱਜ਼ਤ ਕੀ ਹੁੰਦੀ ਹੈ, ਪਰ ਇੱਕ ਕੁੜੀਆਂ ਹੀ ਕੁੜੀਆਂ ਦੇ ਦੁਸ਼ਮਣ ਬਣੀਆਂ ਹੋਈਆਂ। ਤੇ ਇਹੀ ਬੇਨਤੀ ਕਰਦਾ ਕਿ ਗੁਰਸਾਹਿਬ ਅੱਗੇ ਤੁਸੀਂ ਅਰਦਾਸ ਕਰਿਓ ਕਿ ਇਹ ਭੈਣ ਹੁਣ ਇਸ ਦੁਨੀਆ 'ਚੋਂ ਬਾਹਰ ਆਵੇ। ਵੈਸੇ ਆਉਣਾ ਚਾਹੁੰਦੀ ਹੈ, ਅਸੀਂ ਇਹਦੇ ਨਾਲ, ਸਾਡੀ ਪੂਰੀ ਟੀਮ ਇਹਦੇ ਨਾਲ ਹੈ। ਖਾਸ ਕਰ ਇਹਦੇ ਮੈਂ ਫਾਦਰ ਸਾਹਿਬ ਦਾ ਬੜਾ ਥੈਂਕਫੁਲ ਹਾਂ ਕਿ ਉਹ ਇੰਨਾ ਕੁਝ ਜ਼ਿੰਦਗੀ 'ਚ ਹੋਣ ਦੇ ਬਾਵਜੂਦ ਵੀ ਅੱਜ ਵੀ ਇਹਦਾ ਸਾਥ ਦੇਣ ਨੂੰ ਨਾਲ ਖੜੇ ਨੇ। ਹੋਰ ਕੁੜੀਆਂ ਨੂੰ ਹੁਣ ਕੀ ਮੈਸੇਜ ਦੇਣਾ ਚਾਹੁੰਦੀ ਹਾਂ? ਭੈਣੇ ਤੂੰ ਇੰਨੀ ਪੜ੍ਹੀ ਲਿਖੀ ਆ, ਮੈਂ ਕੱਲ ਤੇਰੇ ਨਾਲ ਜਦੋਂ ਗੱਲਬਾਤ ਕੀਤੀ ਮੈਂ ਸੋਚ ਰਿਹਾ ਸੀਗਾ ਕਿ ਵਾਕਈ ਕਿ ਇਹ ਉਹੀ ਕੁੜੀ ਆ ਯਾਰ ਜਿਹਦੀ ਆਪਾਂ ਹੈਲਪ ਲਈ ਆਏ ਆ, ਔਰ ਕਿਹੜੇ ਜਾਨਵਰਾਂ ਦੇ ਵਿੱਚ ਪਾਰਕ 'ਚ ਬੈਠੀ ਸੀ ਉੱਥੇ। वही मेरी गलती है कि तभी मैंने किसी को ब्लेम नहीं किया। ਸਭ ਤੋਂ ਵੱਡੀ ਗੱਲ ਪਤਾ ਕੀ ਖਾਸੀਅਤ ਹੈ ਇਹਦੀ? ਇਹ ਆਪਣੀ ਗਲਤੀ ਬਾਰ-ਬਾਰ ਮੰਨ ਰਹੀ ਹੈ। ਇਹ ਨਹੀਂ ਕਹਿ, ਇਹ ਹਾਲਾਤਾਂ ਤੇ ਗਲਤੀ ਨਹੀਂ ਦੇ ਰਹੀ ਇੰਨੀ ਕਿ ਆ ਮੇਰੇ ਸਿਚੁਏਸ਼ਨ ਗਲਤ ਸੀ, ਮੇਰੀ ਮਦਰ ਦੁਨੀਆ ਤੋਂ ਚਲੇ ਗਏ, ਮੇਰੇ ਫਾਦਰ ਡਰਿੰਕ ਕਰਦੇ ਸੀ। ਇਹੀ ਕਹਿ ਰਹੀ ਕਿ ਭਈਆ ਮੈਂ ਗਲਤ ਸੀ, ਮੈਂ ਸੁਧਰਨਾ ਚਾਹੁੰਦੀ ਹਾਂ। ਯਾਰ ਜਦੋਂ ਇਦਾਂ ਦੇ ਬੱਚਿਆਂ ਨੂੰ ਸੁਧਰਨ ਦਾ ਮੌਕਾ ਨਹੀਂ ਮਿਲਦਾ ਤੁਹਾਡਾ ਜੀਣ ਦਾ ਕੋਈ ਫਾਇਦਾ ਨਹੀਂ ਦੁਨੀਆ 'ਚ। ਜਿੰਨੇ ਮਰਜ਼ੀ ਪ੍ਰਵਚਨ ਦੇਈ ਚੱਲੋ, ਜਿੰਨੇ ਮਰਜ਼ੀ ਮੱਥੇ ਟੇਕੀ ਚੱਲੋ, ਮੈਂ ਕਹਿੰਦਾ ਕਿ ਤੁਹਾਡਾ ਜੀਣਾ ਜ਼ੀਰੋ ਹੈ। ਅਗਰ ਤੁਸੀਂ ਕਿਸੇ ਇਨਸਾਨ ਲਈ ਕਿਸੇ ਦੇ ਦੁੱਖ ਸੁੱਖ 'ਚ ਨਹੀਂ ਨਾ ਖੜ ਰਹੇ, ਤੁਹਾਡਾ ਜੀਣਾ ਜ਼ੀਰੋ ਹੈ। ਫਿਰ ਤਾਂ ਜਾਨਵਰਾਂ ਵਾਂਗੂ ਦੁਨੀਆ 'ਚ ਆਏ ਹੋ, ਖਾਦਾ ਪੀਤਾ, ਹੱਗਿਆ ਤੇ ਸੋ ਗਏ, ਬਸ। ਉਸ ਤੋਂ ਇਲਾਵਾ ਤੁਹਾਡਾ ਦੁਨੀਆ 'ਚ ਕੋਈ ਆਉਣ ਦਾ ਫਾਇਦਾ ਨਹੀਂ। ਸ਼ਾਮ ਨੂੰ ਲੁਧਿਆਣੇ ਰੋਜ਼ ਅਸੀਂ ਇੱਥੇ ਬੈਠਦੇ ਹਾਂ। ਐਡਾ ਵੱਡਾ ਲੁਧਿਆਣਾ ਸ਼ਹਿਰ ਹੈ, ਐਡੀ ਵੱਡੀ ਸਮਾਰਟ ਸਿਟੀ ਹੈ, ਔਰ ਜਿੱਥੇ ਭੈਣ ਕੱਲ ਮਿਲੀ ਸਮਰਾਲਾ ਚੌਂਕ, ਮੈਨੂੰ ਲੱਗਦਾ ਸਭ ਤੋਂ ਰਸ਼ ਵਾਲਾ ਏਰੀਆ। ਕਿਸੇ ਨੇ ਨਹੀਂ ਇਹਦੀ ਹੈਲਪ ਲਈ ਅੱਗੇ ਆਇਆ ਯਾਰ, ਕੋਈ ਨਹੀਂ ਇਹਦੀ ਹੈਲਪ ਲਈ ਅੱਗੇ ਆਇਆ, ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ। ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ, ਇਹ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਇੱਦਾਂ ਦੀਆਂ ਹੋਰ ਭੈਣਾਂ ਪੜ੍ਹੀਆਂ ਲਿਖੀਆਂ ਲੁਧਿਆਣੇ ਦੇ ਵਿੱਚ ਘੱਟੋ ਘੱਟ 70-80 ਹੋਰ ਨੇ ਜਿਹੜੀਆਂ ਆਪਣੇ ਆਪ ਨੂੰ ਬਦਲਣਾ ਚਾਹੁੰਦੀਆਂ ਨੇ, ਇਸ ਜ਼ਿੰਦਗੀ 'ਚੋਂ ਬਾਹਰ ਆਉਣੀਆਂ ਚਾਹੁੰਦੀਆਂ ਨੇ। ਇੱਕ ਗੱਲ ਹੋਰ, ਜੇ ਕਿਤੇ ਇੱਦਾਂ ਦੀ ਭੈਣ ਵਿਚਾਰੀ ਕਿਸੇ ਬਾਬੇ ਬੂਬੇ ਕੋਲ ਚੱਲ ਜਾਵੇ ਨਾ, ਤਾਂ ਮੇਰੇ ਵਰਗੇ ਬੰਦੇ ਸਭ ਤੋਂ ਪਹਿਲਾਂ ਵੀਡੀਓ ਪਾਣਗੇ, ਤੈਨੂੰ ਬਾਬੇ ਕੋਲ ਜਾਣ ਦੀ ਕੀ ਲੋੜ ਸੀ, ਤੈਨੂੰ ਉੱਥੇ ਜਾਣ ਦੀ ਕੀ ਲੋੜ ਸੀ। ਜਦੋਂ ਬੰਦਾ ਮਜਬੂਰ ਹੁੰਦਾ ਨਾ, ਜਦੋਂ ਉਹਨੂੰ ਹੈਲਪ ਦੀ ਲੋੜ ਹੁੰਦੀ, ਉਦੋਂ ਕੋਈ ਉਹਦੀ ਮਦਦ ਨਹੀਂ ਕਰਦਾ। ਜਦੋਂ ਉਹਦੀ ਵੀਡੀਓ ਵਾਇਰਲ ਹੋ ਜਾਂਦੀ ਹੈ ਨਾ ਕਿਸੇ ਬਾਬੇ ਕੋਲ ਜਾ ਕੇ ਜਾਂ ਕਿਸੇ ਗਲਤ ਜਗ੍ਹਾ ਜਾ ਕੇ, ਫਿਰ ਸਾਰੀ ਦੁਨੀਆ ਉਹਦੇ ਮਗਰ ਪੈ ਜਾਂਦੀ ਹੈ ਕਿ ਤੈਨੂੰ ਉੱਥੇ ਜਾਣ ਦੀ ਕੀ ਲੋੜ ਸੀ, ਮੇਰੇ ਕੋਲ ਆ ਜਾਂਦੀ, ਮੈਂ ਕਰ ਦਿੰਦਾ, ਮੈਂ ਆਹ ਕਰ ਦਿੰਦਾ। ਨਾ, ਅਸੀਂ ਸਾਰੇ ਤਮਾਸ਼ਬੀਨ ਆ, ਸਾਨੂੰ ਆਦਤ ਪੈ ਚੁੱਕੀ ਹੈ। ਜਦੋਂ ਤੱਕ ਸੋਸ਼ਲ ਮੀਡੀਆ ਤੇ ਜਲੂਸ ਨਹੀਂ ਨਿਕਲਦਾ, ਕੋਈ ਵੀਡੀਓ ਵਾਇਰਲ ਨਹੀਂ ਹੁੰਦੀ, ਉਦੋਂ ਤੱਕ ਅਸੀਂ ਕਿਸੇ ਦੀ ਹੈਲਪ ਲਈ ਅੱਗੇ ਨਹੀਂ ਆਉਂਦੇ। ਆਪਾਂ ਇਨਸਾਨ ਬਣੀਏ, ਦੁਨੀਆ ਗੰਦੀ ਹੈ, ਗੰਦੀ ਰਹਿਣ ਦਿਓ, ਆਪਾਂ ਚੰਗੇ ਬਣੀ, ਹਨਾ। ਉਹ ਕਹਿੰਦੇ ਨੇ ਇੰਗਲਿਸ਼ 'ਚ ਇੱਕ ਲਾਈਨ ਆ, ਬੀ ਦ ਚੇਂਜ ਯੂ ਵਾਂਟ ਟੂ ਸੀ ਇਨ ਅਦਰਸ। ਆਪਣੇ 'ਚੋਂ ਬਦਲਾਵ ਲਿਆਓ ਜੋ ਲੋਕਾਂ ਨੇ ਦੇਖਣਾ ਚਾਹੁੰਦੇ ਹੋ। ਕੋਈ ਕਿਸੇ ਦੀ ਹੈਲਪ ਨਾ ਕਰੇ,
ਮੈਂ ਕਹਿੰਦਾ ਲੋਕ ਜਿੱਦਾਂ ਦੇ ਹੈਗੇ ਨੇ ਉੱਦੇ ਦੇ ਰਹਿਣ, ਤੁਸੀਂ ਤਾਂ ਬਦਲੋ। ਮੈਨੂੰ ਜ਼ਿੰਦਗੀ 'ਚ ਪ੍ਰਮਾਤਮਾ ਨੇ ਆਪਣੇ ਆਪ ਤੇ ਕੰਮ ਕਰਨ ਲਈ ਭੇਜਿਆ, ਗਵਾਂਢੀਆਂ ਨੂੰ ਦੇਖਣ ਲਈ ਨਹੀਂ ਭੇਜਿਆ। ਕੱਲ ਰਾਤ ਜਦੋਂ ਅਸੀਂ ਗਏ ਆ, ਮੈਂ ਇਹ ਦੇਖਿਆ ਕਿ ਅਸੀਂ ਕੀ ਕਰ ਸਕਦੇ ਹਾਂ। ਕੱਲ ਰਾਤੀ ਥਾਣੇ ਲੈ ਕੇ ਗਏ ਇਹਨੂੰ, ਪੁਲਿਸ ਵਾਲਿਆਂ ਨੇ ਸਾਡਾ ਬਹੁਤ ਸਾਥ ਦਿੱਤਾ, ਇਹਦੇ ਫਾਦਰ ਨੇ ਬਹੁਤ ਸਾਥ ਦਿੱਤਾ, ਤੇ ਕੁੱਲ ਮਿਲਾ ਕੇ ਯਾਰ ਅੱਜ ਅਸੀਂ ਖੁਸ਼ੀ ਹੋ ਰਹੀ ਹੈ ਸਾਨੂੰ ਕਿ ਯਾਰ ਚੱਲ ਕੱਲ ਰਾਤ ਉਹਦੀ ਭੈਣ ਦੀ ਜ਼ਿੰਦਗੀ ਦਰਿੰਦਗੀ ਵਾਲੀ ਨਿਕਲਣੀ ਸੀ, ਬਚ ਗਈ। ਅੱਛਾ ਕਰਮ ਹੋ ਗਿਆ, ਪ੍ਰਮਾਤਮਾ ਨੇ ਸਾਡੀ ਕਿਤਾਬ 'ਚ ਵੀ ਵਧੀਆ ਕੰਮ ਲਿਖ ਦੇਣਗੇ। ਇਹੀ ਕੁਛ ਹੈ ਜ਼ਿੰਦਗੀ 'ਚ। ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹ ਭੈਣ ਜ਼ਿੰਦਗੀ 'ਚੋਂ ਨਿਕਲਣਾ ਚਾਹੁੰਦੀ ਹੈ, ਬਹੁਤ ਵਧੀਆ ਬੱਚੀ ਹੈ ਯਾਰ। ਆਪਾਂ ਸਾਰੇ ਮਿਲ ਕੇ ਇਦਾਂ ਦੀਆਂ ਭੈਣਾਂ ਦਾ ਸਾਥ ਦਈਏ। ਪੰਜਾਬ ਦੇ ਵਿੱਚ ਕੋਈ ਬੱਚੀ, ਕੋਈ ਬੱਚਾ ਵੀ, ਭਰਾ ਵੀ ਮੇਰੇ ਇਸ ਦਲਦਲ 'ਚੋਂ ਬਾਹਰ ਆਣ ਜਿਹੜੇ ਚਿੱਟੇ ਦੀ ਦੁਨੀਆ ਦੇ ਵਿੱਚ ਆਪਣੀ ਜ਼ਿੰਦਗੀ ਤਬਾਹ ਕਰ ਰਹੇ ਨੇ। ਔਰ ਸਰਕਾਰ ਨੂੰ ਬੇਨਤੀ ਹੈ ਕਿ ਕੱਲੀ ਪੋਸਟਰਾਂ ਦੇ ਵਿੱਚ, ਕੱਲੀ ਮਸ਼ਹੂਰੀਆਂ ਕਰਕੇ ਨਾ ਦਿਖਾਓ ਕਿ ਤੁਸੀਂ ਬਹੁਤ ਵੱਡੇ ਤੀਰ ਮਾਰ ਰਹੇ ਹੋ। ਇਹ ਗਰਾਊਂਡ ਲੈਵਲ ਤੇ ਸਾਨੂੰ ਪੁੱਛੋ ਕਿ ਮੈਡੀਕਲ ਤੁਹਾਡੇ ਇੰਨੇ, ਉਹ ਕਹਿ ਲਓ ਕਿ ਉਹ ਮੁਹੱਲਾ ਕਲੀਨਿਕ ਖੁੱਲਣ ਤੋਂ ਬਾਅਦ, ਅੱਛਾ ਡਰਕੇ ਸੇ ਕੋਰ ਆਇਆ। ਉਹੀ ਗੱਲ ਹੈ ਕਿ ਬਸ ਮਸ਼ਹੂਰੀਆਂ ਕਰ ਲੀਆਂ, ਆਹ ਕਰ ਲਿਆ ਜੀ ਸਰਕਾਰ ਨੇ, ਆਹ ਕਰ ਲਿਆ। ਆ ਉਵੇਂ ਹੀ ਮੇਲਾ ਲੱਗਿਆ ਹੋਇਆ ਹਸਪੀਟਲਾਂ ਦਾ, ਆ ਮੈਡੀਕਲ ਦਾ। ਜਿੰਨੇ ਕਿ ਤੁਸੀਂ ਕੰਮ ਕੀਤੇ ਨੇ, ਇਹ ਤਾਂ ਮੇਰਾ ਦਿਲ ਹੀ ਜਾਣਦਾ। ਮੈਂ ਬੋਲਦਾ ਘੱਟ ਆ, ਲੋਕੀ ਕਹਿੰਦੇ ਨੇ ਤੂੰ ਆਮ ਆਦਮੀ ਪਾਰਟੀ ਨੂੰ ਟਾਈਮ ਤਾਂ ਦੇ। ਲਓ 6 ਮਹੀਨੇ ਹੋ ਚੁੱਕੇ ਨੇ, ਲਓ 4.5 ਸਾਲ ਹੋਰ ਲਓ ਤੁਸੀਂ। ਅਸੀਂ ਤਾਂ ਇਹੀ ਅਰਦਾਸ ਕਰਾਂਗੇ ਕਿ ਸਾਡੀ ਐਨਜੀਓ ਜਲਦੀ ਬੰਦ ਹੋਵੇ। ਐਡੇ ਲੋਕੀ ਤੁਸੀਂ ਦੇਖੋ ਇੱਥੇ ਹੈਲਪ ਕਰਨ ਲਈ ਆਏ ਹੋਏ ਨੇ। ਮੈਨੂੰ ਕੀ ਲੋੜ ਹੈ ਕਿ ਇਹਨਾਂ ਵਿਚਾਰਿਆਂ ਦੇ ਪੈਸੇ ਦਾਨ ਦੇ ਮੈਂ ਲਵਾਵਾਂ ਲੋਕਾਂ ਨੂੰ, ਸਰਕਾਰ ਹੀ ਸਾਂਭੇ ਇਹਨਾਂ ਨੂੰ। ਪਰ ਸ਼ਰਮ ਵਾਲੀ ਗੱਲ ਹੈ ਕਿ ਸਰਕਾਰ ਬਸ ਇੱਕ ਦੂਜੇ ਦੇ ਲਈ ਪੋਸਟਾਂ ਪਾਉਣ ਨੂੰ ਹੈਗੀ ਹੈ ਤੇ ਹੈਲਪ ਕਰਨ ਨੂੰ ਕੋਈ ਨਹੀਂ ਹੈਗਾ। ਤੇ ਆਮ ਲੋਕ ਹੀ ਨੇ ਜਿੰਨੇ ਕਿ ਮੇਰੇ ਕੋਲ ਜਗਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਮੈਂ ਜਗਾ ਰਿਹਾ। ਪਰ ਇਸ ਭੈਣ ਨੂੰ ਸਲਾਮ ਹੈ ਕਿ ਇਹ ਹੁਣ ਇਹ ਜ਼ਿੰਦਗੀ ਬਦਲਣ ਲਈ ਜਿਹੜਾ ਇਹਨੇ ਕਦਮ ਚੱਕਿਆ, ਤੁਸੀਂ ਸਾਰੇ ਇਹਦੇ ਲਈ ਅਰਦਾਸ ਕਰਿਓ। ਤੇ ਜੋ ਇਹਨੇ ਸਿੱਖਿਆ ਉਹ ਤੁਹਾਨੂੰ ਸਿਖਾ ਰਹੀ ਹੈ ਵੀਡੀਓ 'ਚ। ਅੰਕਲ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ? ਨਹੀਂ ਬਸ। ਮੈਂ ਅੰਕਲ ਬਹੁਤ ਧੰਨਵਾਦੀ ਹਾਂ ਤੁਹਾਡਾ ਦਿਲੋਂ, ਤੁਸੀਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅੱਜ ਇਹਦੇ ਨਾਲ ਖੜੇ ਹੋ। ਔਰ ਹੁਣ ਅਸੀਂ ਇਸ ਭੈਣ ਨੂੰ ਕਪੂਰਥਲੇ ਸੈਂਟਰ 'ਚ ਭੇਜ ਰਹੇ ਹਾਂ। ਉੱਥੇ ਭੈਣ ਮਹੀਨਾ 2 ਮਹੀਨਾ ਲਾ ਕੇ ਆਏਗੀ। ਮੈਂ ਤੁਹਾਨੂੰ ਫਿਰ ਅਪਡੇਟ ਦਊਂਗਾ। ਕੋਸ਼ਿਸ਼ ਤਾਂ ਇਹੀ ਹੈ ਕਿ ਇਹ ਭੈਣ ਇਸ ਜ਼ਿੰਦਗੀ 'ਚੋਂ ਬਾਹਰ ਆਵੇ ਨਸ਼ਿਆਂ ਦੀ, ਕਿਉਂਕਿ ਇੱਕ ਭੈਣ ਆਲਰੇਡੀ ਸਾਡੀ ਬਲਜਿੰਦਰ ਭੈਣ ਹੈਲਪ ਕਰ ਚੁੱਕੀ ਹੈ ਔਰ ਬਹੁਤ ਕੁੜੀਆਂ ਦੀ ਕਰਦੀ ਹੈ। ਤੇ ਤੁਸੀਂ ਵੀ ਆ ਕੇ ਇਸ ਟੀਮ ਦਾ ਹਿੱਸਾ ਬਣੋ। ਤੇ ਮੈਂ ਫਿਰ ਕਹਿੰਦਾ ਇਦਾਂ ਦੀਆਂ ਭੈਣਾਂ ਜੇ ਲੁਧਿਆਣੇ ਸ਼ਹਿਰ 'ਚ ਕੋਈ ਹੋਰ ਮੈਂਟਲੀ ਪ੍ਰੈਸ਼ਰ ਤੋਂ ਗੁਜ਼ਰ ਰਹੀਆਂ ਤਾਂ ਇੱਕ ਵਾਰੀ ਜ਼ਰੂਰ ਆ ਕੇ ਸਾਨੂੰ ਮਿਲੋ। ਅਸੀਂ ਤੁਹਾਨੂੰ ਪੈਸੇ ਤਾਂ ਨਹੀਂ ਦੇ ਸਕਦੇ, ਨਾ ਆਪਣੇ ਨਾਲ ਆਪਣੇ ਘਰਾਂ 'ਚ ਰੱਖ ਸਕਦੇ ਹਾਂ, ਪਰ ਤੁਹਾਨੂੰ ਉਸ ਡਿਪਰੈਸ਼ਨ 'ਚੋਂ ਕੱਢਣ ਦਾ ਰਸਤਾ ਜ਼ਰੂਰ ਦੱਸ ਦਾਂਗੇ। ਉਹ ਗੁਰਸਾਹਿਬ ਨਾਲ ਜੋੜ ਦਾਂਗੇ। ਲੋਕਾਂ ਦੇ ਇੱਥੇ ਦੁੱਖ ਸੁਣੋਗੇ, ਆਪੇ ਹੀ ਇਸ ਦੁਨੀਆ 'ਚੋਂ ਬਾਹਰ ਆ ਜਾਊਂ। ਠੀਕ ਹੈ, ਹੋਰ ਕੋਈ ਗੱਲਬਾਤ? ਹੁਣ ਪਾਪਾ ਨਾਲ ਆਪਾਂ ਪ੍ਰਾਊਡ ਫੀਲ कराना ਇਹਨਾਂ ਨੂੰ। बिल्कुल बहुत बेइज्जती करवा दी है। अब बहुत पापा बेइज्जती। के सिर ऊंचा करना है। पापा का सिर ऊंचा अब कर, नीवा नहीं होना। ये ना हो जब तक पापा का सिर ऊंचा करना हो पापा चले ही जाएं। नहीं, माँ को खो चुकी हूँ, अब पापा को खोने की हिम्मत नहीं है, क्योंकि अब जो टाइम मेरे ऊपर आया, जिसको साथ होना चाहिए था वो नहीं है। और पापा जिस हिसाब से गुस्सा थे, मेरी ही गलतियों की वजह से मुझसे गुस्सा थे, तो उम्मीद नहीं थी कि पापा आएंगे। बट मेरे को भी उम्मीद नहीं थी कि पापा आएंगे, बट फिर भी आए। वाकई में अब नहीं पापा का सिर झुकाना। पापा का सिर नहीं झुकना। बाकी अंकल ਤੁਹਾਡੀ ਬੇਟੀ ਮੈਨੂੰ ਜੋ ਲੱਗ ਰਿਹਾ ਪੱਕਾ ਇਹ ਬਦਲੇਗੀ, ਨਹੀਂ ਬਦਲੇਗੀ ਤਾਂ ਕੋਈ ਗੱਲ ਨਹੀਂ, ਆਪਾਂ ਇਹਨੂੰ ਪਨਿਸ਼ਮੈਂਟ ਵੀ ਦੇਵਾਂਗੇ ਫਿਰ ਇਹਦਾ, ਫਿਰ ਅਸੀਂ ਵੀ ਨਹੀਂ ਸਾਥ ਦੇਣਾ। ਬਹੁਤ ਬਹੁਤ ਧੰਨਵਾਦ। ਤੇ ਇਸ ਭੈਣ ਨੂੰ ਹੁਣ ਇੱਕ ਵਧੀਆ ਜ਼ਿੰਦਗੀ ਜਿਹੜੀ ਇਹ ਐਂਟਰ ਕਰੇ ਉਹਦੇ ਲਈ ਜ਼ਰੂਰ ਦੁਆ ਕਰਿਓ।